ਹੋ ਆਇਆ ਦੂਰਹੁ ਚੱਲ ਕੈ, ਮੈਂ ਤੱਕੀ ਤਉ ਸਰਨਾਏ ਜੀਓ। ਮੈਂ ਆਸਾ ਰੱਖੀ ਚਿਤ ਮਹਿ, ਮੇਰਾ ਸਭੋ ਦੁਖ ਗਵਾਏ ਜੀਓ। ਕਮਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸਨ ਦੂਰ ਤੇ ਆਈ। ਰੂਪਹੀਨ ਕੁਲਹੀਨ ਗੁਣਹੀਨ ਗਿਆਨਹੀਨ, ਸੋਭਾਹੀਨ ਭਾਗਹੀਨ ਤਪਹੀਨ ਬਾਵਰੀ। ਦ੍ਰਿਸ਼ਟ ਦਰਸਹੀਨ ਸ਼ਬਦ ਸੁਰਤਹੀਨ, ਬੁੱਧ ਬਲਹੀਨ ਸੂਦੇ ਹਸਤ ਨਾ ਪਾਵਰੀ। ਪ੍ਰੀਤਹੀਨ ਰੀਤਹੀਨ ਭਾਏ ਭੈ ਪ੍ਰਤੀਤਹੀਨ, ਚਿਤਹੀਨ ਬਿਤਹੀਨ ਸਹਿਜ ਸੁਭਾਵਰੀ। ਅੰਗ ਅੰਗਹੀਨ ਦੀਨਾਧੀਨ, ਪਰਚੀ ਨ ਲਗ ਚਰਨ ਸਰਨ ਕੈਸੇ ਪ੍ਰਾਪਤ ਹੋਏ ਰਾਵਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਜੀਵ ਜੰਤ ਸਭ ਦੇਖੀਐ, ਪ੍ਰਭ ਸਗਲ ਤੁਮਾਰੀ ਧਾਰਨਾ। ਜੀਵ ਜੰਤ ਸਭ ਦੇਖੀਐ, ਪ੍ਰਭ ਸਗਲ ਤੁਮਾਰੀ ਧਾਰਨਾ। ਇਹੋ ਮਨ ਹਰਿ ਕੈ ਨਾਮ ਉਧਾਰਨਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰ ਅਪਾਰ ਬਖਸ਼ਿਸ਼ ਦਾ ਸਦਕਾ, ਰਹਿਮਤ ਦਾ ਸਦਕਾ, ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨੇ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਗਰੀਬ ਨਵਾਜ ਸਾਹਿਬ ਜੀ ਨੇ ਬਖਸ਼ਿਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੋਂ ਬਾਅਦ ਇਸ ਧਰਤੀ ਨੂੰ
ਆਪਣੇ ਚਰਨਾਂ ਦੀ ਸ਼ੋਭ ਬਖਸ਼ ਕਰਕੇ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਨਿਵਾਜਿਆ। 15 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਜਗਤ ਗੁਰੂ ਜੀ ਇਸ ਧਰਤੀ ਤੇ ਆਏ। ਸਾਧ ਸੰਗਤ ਮਹਾਰਾਜ ਸਾਹਿਬ ਜੀ ਦੇ ਭੈਣ ਜੀ ਬੇਬੇ ਨਾਨਕੀ ਜੀ ਭਾਈਆ ਜੈ ਰਾਮ ਜੀ ਦੇ ਨਾਲ ਜੋ ਸਤਿਕਾਰਯੋਗ ਬਾਬਾ ਪਰਮਾਨੰਦ ਜੀ ਦੇ ਸੁਪੁੱਤਰ ਸਨ ਭਾਈ ਜੈ ਰਾਮ ਜੀ। ਭਾਈ ਜੈ ਰਾਮ ਜੀ ਦੇ ਨਾਲ ਬੇਬੇ ਨਾਨਕੀ ਜੀ ਦਾ ਵਿਆਹ ਹੋਇਆ, ਆਨੰਦ ਕਾਰਜ ਹੋਇਆ। ਔਰ ਇਹ ਰਿਸ਼ਤਾ ਰਾਏ ਭੋਏ ਦੀ ਤਲਵੰਡੀ ਦੇ ਹਾਕਮ ਰਾਏ ਬੁਲਾਰ ਨੇ ਵਿੱਚ ਵਿਚੋਲਾ ਬਣ ਕਰਕੇ ਕਰਵਾਇਆ ਸੀ, ਕਿਉਂਕਿ ਭਾਈ ਜੈ ਰਾਮ ਜੀ ਜੋ ਸੁਲਤਾਨਪੁਰ ਲੋਧੀ ਦੇ ਹਾਕਮ ਦੌਲਤ ਖਾਂ ਲੋਧੀ ਸਨ, ਉਹਨਾਂ ਦੇ ਪਾਸ ਸਰਕਾਰੀ ਨੌਕਰੀ ਕਰਿਆ ਕਰਦੇ ਸਨ ਤੇ ਸਰਕਾਰੀ ਕੰਮਕਾਜ ਵਜੋਂ ਰਾਏ ਭੋਏ ਦੀ ਤਲਵੰਡੀ ਉਹਨਾਂ ਨੂੰ ਅਕਸਰ ਹੀ ਜਾਣਾ ਪੈਂਦਾ ਸੀ। ਬੇਬੇ ਜੀ ਦਾ ਆਨੰਦ ਕਾਰਜ ਵਿਆਹ ਹੋਇਆ, ਇਸ ਧਰਤੀ ਤੇ ਆਏ। ਪਹਿਲੀ ਵਾਰੀ ਜਗਤ ਗੁਰੂ ਜੀ ਜਦੋਂ ਬੇਬੇ ਜੀ ਨੂੰ ਲੈਣ ਵਾਸਤੇ ਆਏ ਸਨ, ਉਦੋਂ ਭਾਈ ਬਾਲਾ ਜੀ ਦੇ ਸਮੇਤ ਇੱਥੇ ਆਏ ਸਨ। ਉਪਰੰਤ ਰਾਏ ਬੁਲਾਰ ਦੇ ਬੇਨਤੀ ਕਰਨ ਤੋਂ ਜਿਸ ਵੇਲੇ ਆਪ ਜੀ ਨੇ ਭੁੱਖੇ ਸਾਧੂਆਂ ਨੂੰ 20 ਰੁਪਈਆਂ ਦਾ ਜਦੋਂ ਪਿਤਾ ਜੀ ਨੇ ਵਪਾਰ ਕਰਨ ਵਾਸਤੇ ਭੇਜਿਆ ਸੀ, ਖਰਾ ਸੌਦਾ ਕੋਈ ਸੱਚਾ ਸੌਦਾ ਕਰਕੇ ਆਓ ਜਿਹਦੇ ਚ ਮੁਨਾਫਾ ਹੋਵੇ, ਚੂੜਕਾਣੇ ਨਗਰ ਤੋਂ ਉਹ ਸੌਦਾ ਖਰੀਦ ਕਰਕੇ ਜੰਗਲ ਵਿੱਚ ਤਪ ਕਰ ਰਹੇ ਸੰਤ ਰੇਣ ਜੀ ਦੀ ਮੰਡਲੀ ਨੂੰ ਭੋਜਨ ਪਾਣੀ ਛਕਾ ਦਿੱਤਾ ਸੀ। ਪਿਤਾ ਜੀ ਨੇ ਗੁੱਸੇ ਹੋਣਾ, ਚਪੇੜਾਂ ਵੀ ਮਾਰਨੀਆਂ। ਫਿਰ ਰਾਏ ਬੁਲਾਰ ਜੀ ਨੇ ਉਸ ਤੋਂ ਬਾਅਦ ਫਿਰ ਮਹਾਰਾਜ ਦੇ ਪਿਤਾ ਜੀ ਨੂੰ ਵੀ ਬੇਨਤੀ ਕੀਤੀ, ਜੋ ਰਾਏ ਬੁਲਾਰ ਜੀ ਦੇ ਪਾਸ ਪਟਵਾਰੀ ਦੀ ਨੌਕਰੀ ਕਰਦੇ ਸਨ। ਤਲਵੰਡੀ ਮਹਿਰਾਏ ਬੁਲਾਰੂ ਸੋਦਰ ਸਮਕਾਲੂ ਸੰਗ ਪਿਆਰੂ, ਜਿਤੇ ਗ੍ਰਾਮ ਕੋ ਸੋ ਅਧਿਕਾਰੀ, ਸਭ ਕੀ ਦਈ ਕਾਰ ਪਟਵਾਰੀ। ਜਿੰਨੇ ਪਿੰਡਾਂ ਦੇ ਉੱਤੇ ਰਾਏ ਬੁਲਾਰ ਦਾ ਹੁਕਮ ਚੱਲਦਾ ਸੀ, ਉਹਨਾਂ ਸਾਰੇ ਪਿੰਡਾਂ ਦੀ ਪਟਵਾਰੀ ਦੀ ਨੌਕਰੀ ਮਹਾਰਾਜ ਦੇ ਸਤਿਕਾਰਯੋਗ ਪਿਤਾ ਜੀ ਨੂੰ ਦਿੱਤੀ ਹੋਈ ਸੀ। ਉਹਨਾਂ ਨੇ ਮਹਾਰਾਜ ਦੇ ਪਿਤਾ ਜੀ ਨੂੰ ਬੇਨਤੀ ਕਰਕੇ, ਗੁਰੂ ਜੀ ਨੂੰ ਬੇਨਤੀ ਕਰਕੇ, ਇੱਧਰ ਭਾਈਆ ਜੈ ਰਾਮ ਜੀ ਤੇ ਬੇਬੇ ਜੀ ਨੂੰ ਬੇਨਤੀ ਕਰਕੇ ਰਾਏ ਜੀ ਨੇ, ਰਾਏ ਬੁਲਾਰ ਨੇ ਮਹਾਰਾਜ ਸਾਹਿਬ ਜੀ ਨੂੰ ਫਿਰ ਪੱਕੇ ਤੌਰ ਤੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਭੇਜਿਆ ਤੇ ਸਤਿਗੁਰੂ ਜੀ ਭਾਈ ਬਾਲਾ ਜੀ ਨੂੰ ਨਾਲ ਲੈ ਕਰਕੇ 15 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਇਸ ਧਰਤੀ ਨੂੰ ਮਹਾਰਾਜ ਨੇ ਭਾਗ ਲਾਏ। ਭਾਈ ਸਾਹਿਬ ਕਾਹਨ ਸਿੰਘ ਜੀ ਨਾਭਾ ਲਿਖਦੇ ਹਨ ਕਿ ਮਹਾਰਾਜ ਸਾਹਿਬ ਜੀ 1541 ਬਿਕਰਮੀ ਸੰਮਤ ਦੇ ਵਿੱਚ 15 ਸਾਲ ਦੀ ਉਮਰ ਦੇ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਉਂਦੇ ਨੇ ਔਰ ਇੱਥੇ ਰਹਿੰਦਿਆਂ ਹੋਇਆਂ ਫਿਰ ਮਹਾਰਾਜ ਸਾਹਿਬ ਜੀ ਮੋਦੀਖਾਨਾ ਸੰਭਾਲਦੇ ਹਨ, ਮੋਦੀਖਾਨੇ ਦੀ ਨੌਕਰੀ ਕਰਦੇ ਹਨ। ਉਹ ਨੌਕਰੀ ਦਾ ਤੇ ਇੱਕ ਬਹਾਨਾ ਹੀ ਸੀ, ਜਗਤ ਗੁਰੂ ਜੀ ਸੰਸਾਰ ਦੀਆਂ ਝੋਲੀਆਂ ਭਰਨ ਵਾਸਤੇ ਆਏ। ਮਹਾਰਾਜ ਸਾਹਿਬ ਜੀ ਨੇ ਮੋਦੀਖਾਨੇ ਦੇ ਵਿੱਚ ਬੈਠ ਕਰਕੇ ਵੀ ਗਰੀਬਾਂ ਨੂੰ ਮਹਾਰਾਜ ਸਾਹਿਬ ਜੀ ਨੇ ਉਹ ਰਸਦ ਬਸਤ ਦੇ ਕਰਕੇ, ਲੋੜਵੰਦਾਂ ਨੂੰ ਰਾਸ਼ਨ ਦੇ ਕਰਕੇ ਗਰੀਬਾਂ ਦੀਆਂ ਝੋਲੀਆਂ ਭਰੀਆਂ। ਤੇਰਾ 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 ਕਹਿ ਕਰਕੇ ਉੱਥੋਂ ਮੋਦੀਖਾਨੇ ਤੋਂ ਰੋਜ਼ ਸਤਿਗੁਰੂ ਸਾਹਿਬ ਜੀ ਅੰਮ੍ਰਿਤ ਵੇਲੇ ਇੱਥੇ ਆਇਆ ਕਰਦੇ, ਜਿੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੋਭਨੀਕ ਹੈ। ਇੱਥੇ ਹੀ ਕੰਢੇ ਤੇ ਵੇਈ ਨਦੀ ਦੇ ਕੰਢੇ ਤੇ ਨਾਲ ਹੀ ਵੇਈ ਨਦੀ ਵਗ ਰਹੀ ਹੈ ਗੁਰਦੁਆਰਾ ਬੇਰ ਸਾਹਿਬ ਜੀ ਦੇ। ਤਾਂ ਮਹਾਰਾਜ ਸਾਹਿਬ ਜੀ ਇੱਥੇ ਪਹਿਲਾਂ ਇਸ਼ਨਾਨ ਤੋਂ ਅੰਮ੍ਰਿਤ ਵੇਲੇ ਦਾਤਨ ਕਰਿਆ ਕਰਦੇ ਸਨ। ਰੋਜ਼ ਦਾਤਨ ਕਰਨ ਤੋਂ ਬਾਅਦ ਵੇਈ ਦੇ ਵਿੱਚ ਗਰੀਬ ਨਵਾਜ਼ ਸਾਹਿਬ ਜੀ ਨੇ ਇਸ਼ਨਾਨ ਸੋਧਣਾ, ਇਸ਼ਨਾਨ ਕਰਨਾ। ਇਸ਼ਨਾਨ ਕਰਨ ਤੋਂ ਬਾਅਦ ਇੱਥੇ ਵੇਈ ਦੇ ਕੰਢੇ ਤੇ ਹੀ ਚੌਂਕੜਾ ਲਾ ਕੇ ਬੈਠ ਜਾਣਾ, ਜਿਸ ਥਾਂ ਦੇ ਉੱਤੇ ਗੁਰਦੁਆਰਾ ਬੇਰ ਸਾਹਿਬ ਦੇ ਨਾਲ ਹੇਠਲੇ ਪਾਸੇ ਭੋਰਾ ਸਾਹਿਬ ਬਣਿਆ ਹੋਇਆ। ਮਹਾਰਾਜ ਸਾਹਿਬ ਇੱਥੇ ਚੌਂਕੜਾ ਲਾ ਕੇ ਬੈਠਿਆ ਕਰਦੇ।
ਫਿਰ ਗਰੀਬ ਨਵਾਜ ਸਾਹਿਬ ਜੀ ਨੇ ਇੱਕ ਦਿਨ ਆਪਣੀ ਮੌਜ ਦੇ ਵਿੱਚ, ਆਪਣੀ ਆਨੰਦ ਦੇ ਵਿੱਚ, ਭਾਈ ਭਗੀਰਥ ਜੀ ਜੋ ਮਲਸੀਆਂ ਦੇ ਚੌਧਰੀ ਸਨ, ਪਹਿਲਾਂ ਕਾਲੀ ਦੇਵੀ ਦੇ ਉਪਾਸਕ ਸਨ, ਫਿਰ ਜਿਸ ਵੇਲੇ ਦਰਸ਼ਨ ਪ੍ਰਾਪਤ ਹੋਏ ਦੇਵੀ ਦੇ, ਬੇਨਤੀ ਕੀਤੀ ਕਿ ਮਾਤਾ ਮੈਨੂੰ ਮੁਕਤੀ ਦਿਓ। ਉਹਨੇ ਕਿਹਾ ਮੁਕਤੀ ਲੈਣੀ ਹੈ ਤੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਾ। ਉੱਥੇ ਪਰਮੇਸ਼ਰ ਆਪ ਸਰਗੁਣ ਸਰੂਪ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੇ ਵਿੱਚ ਮੋਦੀਖਾਨਾ ਕਰ ਰਹੇ ਆ, ਝੋਲੀਆਂ ਭਰ ਰਹੇ ਹਨ। ਮੁਕਤੀ ਦੇ ਦਾਤੇ ਸੁਲਤਾਨਪੁਰ ਸਾਹਿਬ ਹਨ, ਉਹਨਾਂ ਤੋਂ ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਆਖਿਆ ਨਾ, ਤੂੰ ਕਹੀਅਤ ਹੀ ਯਾਦ ਭਵਾਨੀ, ਮੁਕਤ ਕੀ ਬਰੀਆ ਕਹਾ ਸ਼ਿਪਾਨੀ। ਹਾਂ, ਉਸ ਵੇਲੇ ਉਹਨੇ ਕਿਹਾ ਹੋਰ ਕੋਈ ਪਦਾਰਥ ਚਾਹੀਦਾ ਤੇ ਮੇਰੇ ਤੋਂ ਲੈ ਲਾ, ਪਰ ਮੁਕਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਕਦੇ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਆਇਆ, ਕਿਉਂਕਿ ਦੇਵੀ ਦੇਵਤੇ ਸਭ ਇੱਥੇ ਨਮਸਕਾਰਾਂ ਕਰਦੇ। ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ, ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵੈ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਾਰੇ ਦੇਵੀਆਂ, ਸਾਰੇ ਦੇਵਤੇ ਨਮਸਕਾਰਾਂ ਕਰਦੇ, ਧਿਆਉਂਦੇ। ਭੱਟ ਸਾਹਿਬਾਨਾਂ ਨੇ ਵੀ ਗੁਰੂ ਕੀ ਬਾਣੀ ਵਿੱਚ ਐਸਾ ਹੀ ਬਚਨ ਉਚਾਰਨ ਕੀਤਾ, ਇੱਕ ਮਨ ਪੁਰਖ ਧਿਆਏ ਵਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ ਗਾਵਹਿ ਗੰਭੀਰ ਧੀਰ ਮਤ ਸਾਗਰ। ਜੋਗੀ ਜੰਗਮ ਧਿਆਨ ਧਰੇ ਗਾਵਹਿ ਇੰਦਰਾਜ, ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ, ਕਬ ਕਲ ਸੁਜਸ ਗਾਵੋ, ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਜਿਸ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਇੰਦਰ ਤੋਂ ਆਦਿਕ ਸਾਰੇ ਦੇਵਤੇ ਧਿਆਉਂਦੇ ਹਨ, ਨਮਸਕਾਰਾਂ ਕਰਦੇ। ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ, ਭਗਤ ਪ੍ਰਹਿਲਾਦ ਤੋਂ ਆਦਿਕ ਸਾਰੇ ਭਗਤ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰਾਂ ਕਰਦੇ। ਫਿਰ ਭਾਈ ਭਗੀਰਥ ਜੀ ਦਾਤਨ ਲਿਆਉਣ ਦੀ ਸੇਵਾ ਕਰਦੇ, ਹੋਰ ਵੀ ਗੁਰੂ ਕੀ ਸੇਵਾ ਕਰਿਆ ਕਰਦੇ ਸਨ। ਇੱਕ ਦਿਨ ਉਹਨਾਂ ਨੇ ਬੇਰੀ ਦੀ ਦਾਤਨ ਲਿਆਂਦੀ, ਮਹਾਰਾਜ ਜੀ ਨੂੰ ਭੇਟ ਕੀਤੀ। ਸਤਿਗੁਰੂ ਜੀ ਨੇ ਇਸ਼ਨਾਨ ਤੋਂ ਪਹਿਲਾਂ ਇੱਥੇ ਵੇਈ ਦੇ ਕੰਢੇ ਤੇ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੇ ਆ ਦਾਤਨ ਕਰਦਿਆਂ ਹੋਇਆਂ ਵਿਚਰੇ ਗਰੀਬ ਨਵਾਜ ਕੰਢੇ ਤੇ ਦਾਤਨ ਕੀਤੀ। ਦਾਤਨ ਕਰਨ ਤੋਂ ਬਾਅਦ ਉਹ ਬੇਰੀ ਦੀ ਦਾਤਨ ਮਹਾਰਾਜ ਸਾਹਿਬ ਜੀ ਨੇ ਇੱਥੇ ਗੱਡੀ ਹੈ, ਜਿਹੜੀ ਫਿਰ ਗੁਰੂ ਕੀ ਬਰਕਤ ਦੇ ਨਾਲ ਸਤਿਗੁਰੂ ਜੀ ਦੀ ਲਾਈ ਹੋਈ ਉਹ ਦਾਤਨ ਬੇਰੀ ਦੀ, ਇਹ ਬੇਰੀ ਸਾਹਿਬ ਸੋਭਾ ਪਾਉਂਦੀ ਹੈ, ਬੇਰ ਸਾਹਿਬ ਸੋਭਾ ਪਾਉਂਦੀ। ਤਾਂ ਉਹੀ ਮਹਾਰਾਜ ਦੀ ਦਾਤਨ ਬੇਰੀ ਦੀ ਫਿਰ ਇਹ ਬੇਰੀ ਦਾ ਦਰਖਤ ਬਣੀ ਸਾਧ ਸੰਗਤ ਜੀ। ਇਸੇ ਬੇਰੀ ਸਾਹਿਬ ਦੇ ਨਾਂ ਤੇ ਫਿਰ ਗੁਰੂ ਕੇ ਪੰਥ ਨੇ, ਗੁਰੂ ਕੀਆਂ ਸੰਗਤਾਂ ਨੇ ਗੁਰਦੁਆਰੇ ਸਾਹਿਬ ਦੀ ਇਹ ਰਚਨਾ ਹੋਈ, ਗੁਰਦੁਆਰਾ ਸ੍ਰੀ ਬੇਰ ਸਾਹਿਬ। ਔਰ ਇਹ ਮਹਾਰਾਜ ਨੇ ਦਾਤਨ ਉਸ ਦਿਨ ਸਾਧ ਸੰਗਤ ਜੀ ਗੱਡੀ ਸੀ, ਜਿਸ ਦਿਨ ਫਿਰ ਦਾਤਨ ਇੱਥੇ ਗੱਡ ਕੇ ਵੇਈ ਵਿੱਚ ਇਸ਼ਨਾਨ ਕਰਨ ਵਾਸਤੇ ਪ੍ਰਵੇਸ਼ ਕੀਤਾ, ਪਰ ਮਹਾਰਾਜ ਉਸ ਦਿਨ ਬਾਹਰ ਨਹੀਂ ਨਿਕਲੇ ਵੇਈ ਵਿੱਚੋਂ। ਸਤਿਗੁਰੂ ਜੀ ਜਲ ਵਿੱਚ ਹੀ ਪ੍ਰਵੇਸ਼ ਕਰ ਗਏ। ਉਹ ਦਿਨ ਵੀ ਸਾਰਾ ਲੰਘ ਗਿਆ, ਅਗਲਾ ਵੀ ਲੰਘ ਗਿਆ। ਤੀਜੇ ਦਿਨ ਮਹਾਰਾਜ ਸਾਹਿਬ ਜੀ ਵੇਈ ਵਿੱਚੋਂ ਬਾਹਰ ਆਏ ਤੇ ਉਸ ਪਾਸਿਓਂ ਬਾਹਰ ਨਿਕਲੇ ਜਿੱਧਰੋਂ ਪਾਣੀ ਆ ਰਿਹਾ ਸੀ, ਜਿੱਧਰੋਂ ਜਲ ਆ ਰਿਹਾ ਸੀ, ਜਿੱਥੇ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਸੋਭਾ ਪਾਉਂਦਾ, ਜਿੱਧਰੋਂ ਪਾਣੀ ਦਾ ਪ੍ਰਵਾਹ ਆਉਂਦਾ ਸੀ, ਉਸ ਪਾਸੇ ਜਾ ਕਰਕੇ ਗੁਰਦੁਆਰਾ ਸੰਤ ਘਾਟ ਸਾਹਿਬ ਉਹੀ ਨਿਸ਼ਾਨੀ ਹੈ ਜਿੱਥੋਂ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ ਸਨ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਵੇਈ ਚੋਂ ਬਾਹਰ ਆਏ। ਸੁਲਤਾਨਪੁਰ ਦੇ ਨਿਵਾਸੀਆਂ ਨੇ, ਸੰਗਤ ਨੇ, ਸ਼ਰਧਾਲੂਆਂ ਨੇ ਮਹਾਰਾਜ ਦੇ ਦਰਸ਼ਨ ਕੀਤੇ। ਉਹਨਾਂ 3 ਦਿਨਾਂ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਵੀ ਹੋਈਆਂ ਸੀ। ਕਈਆਂ ਨੇ ਆਖਿਆ ਮੋਦੀਖਾਨੇ ਵਿੱਚ ਘਾਟਾ ਪੈ ਗਿਆ ਹੋਣਾ, ਤਾਂ ਕਿਸੇ ਪਾਸੇ ਭੱਜ ਗਿਆ ਹੋਣਾ। ਕਈਆਂ ਨੇ ਆਖਿਆ ਬੇਬੇ ਜੀ ਨੂੰ ਜਾ ਕਰਕੇ ਮਾਈਆਂ ਭੈਣਾਂ ਨੇ ਕਿ ਤੇਰਾ ਵੀਰ ਵੇਈ ਵਿੱਚ ਡੁੱਬ ਗਿਆ। ਉਹਨੇ ਆਖਿਆ ਨਾ ਭੈਣੋ, ਇਸ ਤਰ੍ਹਾਂ ਨਾ ਆਖੋ, ਉਹ ਤਾਂ ਡੁੱਬਿਆਂ ਨੂੰ ਤਾਰਨ ਆਇਆ, ਉਹ ਤਾਂ ਡੁੱਬਿਆਂ ਨੂੰ ਤਾਰਨ ਆਇਆ ਹੈ। ਔਰ ਉਸ ਵੇਲੇ ਜਦੋਂ ਤੀਜੇ ਦਿਨ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ, ਸ਼ਰਧਾਲੂਆਂ ਨੇ ਬੇਨਤੀ ਕਰਕੇ ਪੁੱਛਿਆ ਕਿ ਮਹਾਰਾਜ ਆਪ ਜੀ 3 ਦਿਨ ਕਿੱਥੇ ਰਹੇ ਹੋ? 3 ਦਿਨ ਇਹ ਵੇਈ ਦੇ ਜਲ ਵਿੱਚ ਹੀ ਰਹੇ ਹੋ? ਸਤਿਗੁਰੂ ਕਹਿਣ ਲੱਗੇ ਨਹੀਂ, ਅਸੀਂ ਕਰਤਾਰ ਦੇ ਘਰੇ ਗਏ ਹੋਏ ਸਾਂ, ਅਸੀਂ ਸੱਚਖੰਡ ਵਿੱਚ ਗਏ ਸਾਂ।
ਸੱਚਖੰਡੋਂ ਆਏ ਹਾਂ। ਤੇ ਨਿਰੰਕਾਰ ਨੇ, ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਮੂਲ ਮੰਤਰ ਬਖਸ਼ਿਆ। ਮੂਲ ਮੰਤਰ ਲੈ ਕੇ ਆਏ ਆ ਸੱਚਖੰਡ ਦੇ ਵਿੱਚੋਂ। ਫਿਰ ਗਰੀਬ ਨਵਾਜ ਨੇ ਵੇਈ ਦੇ ਬਾਹਰ ਨਿਕਲਣ ਤੋਂ ਬਾਅਦ ਜਿੱਥੇ ਗੁਰਦੁਆਰਾ ਸੰਤ ਘਾਟ ਸਾਹਿਬ ਸੋਭਾ ਪਾਉਂਦਾ ਹੈ, ਉੱਥੇ ਮਹਾਰਾਜ ਨੇ ਆਪਣੀ ਰਸਨਾ ਤੋਂ ਮੂਲ ਮੰਤਰ ਉਚਾਰਨ ਕੀਤਾ। ਇਸ ਕਰਕੇ ਸੁਲਤਾਨਪੁਰ ਸਾਹਿਬ ਦੀ ਧਰਤੀ, ਇਹ ਭਾਗਾਂ ਭਰੀ ਧਰਤੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਰੰਭਤਾ ਵੀ ਜਾਣੋ ਇੱਥੋਂ ਹੋਈ ਹੈ, ਸੁਲਤਾਨਪੁਰ ਸਾਹਿਬ ਦੀ ਧਰਤੀ। ਭਾਵੇਂ ਬਾਣੀ ਸਾਰੀ ਮਹਾਰਾਜ ਸਾਹਿਬ ਜੀ ਨੇ ਪਹਿਲਾਂ ਪੰਚਮ ਸਰੂਪ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਰਾਮਸਰ ਸਰੋਵਰ ਦੇ ਕੰਢੇ ਤੇ ਲਿਖਵਾਈ ਹੈ। ਫਿਰ 10ਵੇਂ ਜਾਮੇ ਦੇ ਵਿੱਚ ਗੁਰੂ ਕੀ ਕਾਂਛੀ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਦਸ਼ਮੇਸ਼ ਪਾਤਸ਼ਾਹ ਜੀ ਨੇ ਭਾਈ ਮਣੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਲਿਖਵਾਈ ਹੈ। ਪਰ ਗਰੀਬ ਨਵਾਜ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਮੂਲ ਮੰਤਰ ਤੋਂ ਹੁੰਦੀ ਹੈ, ਤੇ ਮੂਲ ਮੰਤਰ ਦੀ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਕੀਤੀ ਹੈ। ਗੁਰਦੁਆਰਾ ਸੰਤ ਘਾਟ ਸਾਹਿਬ ਵਾਲੇ ਅਸਥਾਨ ਤੇ ਕੀਤੀ ਹੈ। ਇਸ ਕਰਕੇ ਭਾਵਨਾ ਵਾਲੇ ਗੁਰਸਿੱਖ, ਵਿਚਾਰਵਾਨ ਗੁਰਸਿੱਖ ਭਾਵਨਾ ਦੇ ਨਾਲ ਇਹ ਗੱਲ ਕਹਿੰਦੇ ਹਨ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਆਰੰਭਤਾ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਮਹਾਰਾਜ ਨੇ ਕੀਤੀ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ। तो ऐसी ये गुरु की साजी नवाजी हुई धरती है। सा धरती भई हरियावली, जिथे मेरा सतगुर बैठा आए, जिसका कण कण गुरु साहब जी ने अपने चरणों की शोभ बख्श करके पवित्र किया होया, पावन किया होया, पवित्र किया होया है। तो सतगुरु सच्चे पातशाह महाराज साहब जी के पावने स्थान से जो लड़ीवार रूप दे विच धुरकी बाणी की विचार रामकली राग अंदर चल रही है। अज का पावन शब्द 915 अंग ते सोभनीक है। सतगुरु जी बख्शिश करते हैं। रामकली महला पंजवा। रामकली राग है पंचम पातशाह शहीदां दे सिरताज सतगुरु धन श्री गुरु अर्जन देव साहब जी महाराज उचारण करते हैं। जीव जंत सब देखिए है। गरीब नवाज साहब जी फरमाते हैं, जिन्ने भी छोटे ते वड्डे जी जंतु वेखे जाते हैं, सारे जी जंत सब वेखिया है। जिन्ने आपां वेखिया वेखदे हैं जी जंत, मच्छर तो लैके ब्रह्मा तक, जिन्ने भी दृष्ट अदृष्ट जी जंतु हैं, कुछ दिसते आ कुछ नहीं भी दिसते। कीड़ी तो लैके हाथी तक, मच्छर तो लैके गरुड़ तक, ये मनुख पशु पंछी कीड़े पतंगे चार खाणियां दे जीव, कुछ अंडज खाणी द्वारा परमेश्वर ने पैदा किए, कुछ जीव जंतु जेरज खाणी द्वारा पैदा किए हैं। मनुख भी जेरज खाणी विच ही आउंदा है, पशु भी जेरज खाणी जेर खाणी द्वारा ही पैदा किए हैं। कुछ सेतज पसीने दे राही भी पैदा किए करता पुरख ने, मुड़के दे राही। मनुख नूं मुड़का आवे ते उदों भी जी निके निके पैदा हो जाते। पशुआं नूं पसीना आवे ते उहदे चों भी वो जी पैदा कर दिंदा। दरख्तां नूं पसीना लिया के भी पैदा कर दिंदा है। धरती और पहाड़ां नूं पत्थरां दे विचों पसीना जदों आउंदा है उहदे विचों भी वो जी पैदा करदा निके निके। अंडज जेरज सेतज कीनी उत भुज खान बहुर रच दीनी। ते फिर धरती दे विचों ये फसलां ये दरख्त बृक्ष जिहड़े पैदा कीते होए बनस्पति, ये चौहां खाणियां दे जी जंतु, इन्हां चौहां तो अलैदा भी वो केतिया खाणी किन्नियां ही खाणियां हन जिन्हां दे राहीं वो परमेश्वर जी जनता नूं पैदा करदा है। सतगुरु पंचम पातशाह कहंदे छोटे वड्डे जी जंतु सूखम स्थूल सारे ही जिन्ने
ਵੇਖੀਐ ਵੇਖੇ ਜਾਂਦੇ ਹਨ, ਅਸੀਂ ਵੇਖਦੇ ਹਾਂ। ਪ੍ਰਭ ਸਗਲ ਤੁਮਾਰੀ ਧਾਰਨਾ। ਇਹ ਪ੍ਰਭੂ ਜੀ, ਇਹ ਸਾਰੇ ਜੀ ਜੰਤੂ ਜਿੰਨੇ ਆ ਨਾ, ਇਹਨਾਂ ਸਾਰਿਆਂ ਦੇ ਵਿੱਚ ਆਪ ਜੀ ਦੀ ਕਲਾਈ ਧਾਰੀ ਹੋਈ ਹੈ। ਤੁਸੀਂ ਸਾਰਿਆਂ ਦੇ ਵਿੱਚ ਆਪਣੀ ਚੇਤਨ ਸੱਤਾ ਜਿਹੜੀ ਉਹ ਟਿਕਾਈ ਹੋਈ ਹੈ। ਆਪ ਜੀ ਦੇ ਧਾਰਨਾ, ਆਪ ਜੀ ਦੇ ਆਸਰੇ ਦੇ ਸਹਿਤ ਹੀ ਇਹ ਸਾਰੇ ਜੀ ਜੰਤੂ ਪੈਦਾ ਹੋਏ ਹਨ ਤੇ ਥਾਂ ਪਰ ਥਾਂ ਟਿਕੇ ਹੋਏ ਹਨ। ਇਹੋ ਮਨ ਹਰਿ ਕੈ ਨਾਮ ਉਧਾਰਨਾ। ਗਰੀਬ ਨਵਾਜ ਕਹਿੰਦੇ ਇਸ ਮਨ ਨੂੰ, ਆਪਣੇ ਮਨ ਨੂੰ ਹਰੀ ਦੇ ਨਾਮ ਦੇ ਨਾਲ ਜੋੜਨਾ ਕਰੀਏ। ਜੋ ਨਾਮ ਦਾ ਮਾਲਕ ਨਾਮੀ ਪਰਮੇਸ਼ਰ ਹੈ, ਉਹ ਨਾਮੀ ਪ੍ਰਭੂ ਦੇ ਨਾਮ ਦੇ ਨਾਲ ਇਸ ਮਨ ਦਾ ਉਧਾਰ ਹੋਣਾ ਹੈ। ਜਿਸ ਵੀ ਗੁਰਮੁਖ ਨੇ, ਮਾਈ ਭਾਈ ਨੇ ਆਪਣੀ ਕਲਿਆਣ ਕੀਤੀ ਹੈ, ਆਪਣੇ ਆਪ ਦਾ ਉਧਾਰ ਕੀਤਾ ਹੈ, ਆਪਣੇ ਮਨ ਦੀ ਕਲਿਆਣ ਕੀਤੀ ਹੈ, ਉਹ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜ ਕਰਕੇ ਉਧਰਿਆ। ਨਾਮ ਨੇ ਹੀ ਜੀਵ ਨੂੰ ਕਲਿਆਣ ਬਖਸ਼ੀ ਹੈ, ਮੁਕਤੀ ਦਿੱਤੀ ਹੈ, ਬੰਧਨ ਕੱਟੇ ਹਨ। ਸਾਰੀਆਂ ਦਾਤਾਂ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਹਨ। ਗੁਰਮੁਖਾਂ ਨੇ ਇਸ ਮਨ ਨੂੰ ਹਰਿ ਕੈ ਨਾਮ ਉਧਾਰਨਾ, ਹਰੀ ਦੇ ਨਾਮ ਨਾਲ ਜੋੜ ਕਰਕੇ ਉਧਾਰਨਾ ਕੀਤਾ ਹੈ, ਕਲਿਆਣ ਦੇ ਸਹਿਤ ਆਪਣੀ ਜੀਵਾਤਮਾ ਨੂੰ ਕੀਤਾ ਹੈ। ਰਹਾਉ ਵਿਸਰਾਮ ਦੇ ਕਰਕੇ ਫਰਮਾਉਂਦੇ ਹਨ, ਖਿਲ ਮਹਿ ਥਾਪ ਉਥਾਪੇ ਕੁਦਰਤ। ਮਹਾਰਾਜ ਕਹਿੰਦੇ ਉਹ ਕੁਦਰਤ ਦਾ ਜਿਹੜਾ ਮਾਲਕ ਹੈ ਨਾ, ਕਾਦਰ ਪਰਮੇਸ਼ਰ, ਜਿਹਦੀ ਰਚੀ ਹੋਈ ਇਹ ਸਾਰੀ ਰਚਨਾ ਕੁਦਰਤ ਹੈ, ਸ਼ਕਤੀ ਹੈ। ਤੇ ਉਹ ਵਾਹਿਗੁਰੂ ਜੀ ਦੀ ਐਸੀ ਕੁਦਰਤ ਹੈ, ਐਸੀ ਸ਼ਕਤੀ ਹੈ ਕਿ ਇੱਕ ਖਿੰਡ ਦੇ ਵਿੱਚ ਹੀ ਉਹ ਥਾਪ ਦਿੰਦਾ ਹੈ ਸ੍ਰਿਸ਼ਟੀ ਨੂੰ, ਤੇ ਇੱਕ ਖਿੰਡ ਦੇ ਵਿੱਚ ਹੀ ਥਾਪੀ ਹੋਈ ਨੂੰ ਉਹ ਥਾਪੇ ਪੁੱਟ ਦਿੰਦਾ, ਨਾਸ ਕਰ ਦਿੰਦਾ। ਖਿੰਡ ਨਾਮ ਬਹੁਤ ਥੋੜੇ ਸਮੇਂ ਦਾ ਹੈ, ਅੱਖ ਫਰਕਣ ਨਾਲੋਂ ਵੀ ਘੱਟ ਸਮੇਂ ਦਾ। ਅੱਖ ਫਰਕੇ ਦੇ ਵਿੱਚ ਹੀ, ਅੱਖ ਫਰਕਣ ਜਿੰਨੇ, ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਸਾਰੀ ਸ੍ਰਿਸ਼ਟੀ ਨੂੰ ਥਾਪਣ ਵਾਲਾ ਹੈ, ਤੇ ਇੰਨੇ ਸਮੇਂ ਦੇ ਵਿੱਚ ਹੀ ਉਹ ਪੈਦਾ ਕੀਤੀ ਹੋਈ, ਥਾਪੀ ਹੋਈ ਸ੍ਰਿਸ਼ਟੀ ਨੂੰ ਪੁੱਟ ਦਿੰਦਾ ਹੈ, ਖਤਮ ਕਰ ਦਿੰਦਾ। ਐਸੀ ਉਹਦੀ ਕੁਦਰਤ ਹੈ, ਐਸੀ ਉਹਦੀ ਸ਼ਕਤੀ ਹੈ, ਐਸੀ ਉਹਦੀ ਸਮਰੱਥਾ ਹੈ। ਇਸੇ ਨੂੰ ਮਹਾਰਾਜ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਆਖਿਆ ਕਿ ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਮੰਤਰ ਨੂੰ ਕੋਈ ਸਮਝ ਨਹੀਂ ਸਕਦਾ, ਉਹਦੇ ਮਸ਼ਵਰੇ ਨੂੰ, ਉਹਦੀ ਸਲਾਹ ਨੂੰ ਕੋਈ ਜਾਣ ਨਹੀਂ ਸਕਦਾ, ਕਿਉਂਕਿ ਉਹ ਕਿਸੇ ਨਾਲ ਸਲਾਹ ਕਰਦਾ ਹੀ ਨਹੀਂ ਹੈ। ਜੋ ਉਹਨੇ ਕਰਨਾ ਹੁੰਦਾ ਉਹ ਕਰ ਦਿੰਦਾ, ਜੋ ਉਸਨੇ ਕਰਨਾ ਸੀ ਕਰ ਦਿੱਤਾ, ਜੋ ਕਰਨਾ ਕਰ ਰਿਹਾ ਹੈ, ਤੇ ਜੋ ਆਉਣ ਵਾਲੇ ਸਮੇਂ ਵਿੱਚ ਵੀ ਉਹਨੇ ਕਰਨਾ ਚਾਹਿਆ ਉਹੀ ਉਹਨੇ ਕਰਨਾ, ਕਿਸੇ ਤੋਂ ਪੁੱਛ ਕੇ ਨਹੀਂ ਉਹ ਕਰਦਾ। ਗਰੀਬ ਨਵਾਜ ਸਾਹਿਬ ਜੀ ਨੇ ਆਖਿਆ, ਜੋ ਕਿਛ ਕਰੈ ਸੋ ਆਪਹਿ ਕਰੈ, ਵੀ ਉਹ ਪੂਛ ਨਾ ਮਸਲਤ ਧਰੈ। ਦੂਜੇ ਨੂੰ ਪੁੱਛ ਕਰਕੇ ਉਹ ਮਸਲਤ ਸਲਾਹ ਨਹੀਂ ਲੈਂਦਾ। ਸੁਖਮਨੀ ਸਾਹਿਬ ਚ ਮਹਾਰਾਜ ਨੇ ਫਰਮਾਇਆ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਉਹਦੇ ਮੰਤਰ ਨੂੰ ਹੋਰ ਨਹੀਂ ਕੋਈ ਜਾਣ ਸਕਦਾ, ਉਹਦੇ ਤੋਂ ਬਿਨਾਂ ਆਪਣੇ ਮੰਤਰ ਨੂੰ ਉਹ ਆਪ ਹੀ ਜਾਣਦਾ, ਆਪਣੀ ਸਲਾਹ ਨੂੰ ਆਪ ਹੀ ਜਾਣਦਾ, ਕਿਉਂਕਿ ਉਹ ਆਪ ਦੇ ਆਪ ਨਾਲ ਹੀ ਕਰਦਾ ਸਲਾਹ ਜੋ ਕੁਝ ਕਰਨੀ। ਦੂਜੇ ਤੀਜੇ ਚੌਥੇ ਨਾਲ ਉਹ ਸਲਾਹ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਕਿਉਂਕਿ ਉਹ ਸਭ ਤੋਂ ਵੱਡਾ ਹੈ, ਸਰਬ ਸ਼ਕਤੀਮਾਨ ਹੈ, ਸਭ ਤੋਂ ਸਿਆਣਾ ਹੈ। ਦੂਜੇ ਦੀ ਸਲਾਹ ਉਹਨੂੰ ਲੈਣੀ ਪੈਂਦੀ ਆ ਜਿਹਨੂੰ ਆਪਣੇ ਆਪ ਤੇ ਪੂਰਾ ਭਰੋਸਾ ਨਾ ਹੋਵੇ, ਜਿਹਦੀ ਆਪਣੀ ਸਲਾਹ ਜਿਹੜੀ ਆ ਉਹ ਛੋਟੀ ਹੋਵੇ, ਆਪਣੀ ਸਮਝ ਛੋਟੀ ਹੋਵੇ। ਉਹ ਫਿਰ ਕਹਿੰਦਾ ਵਾ ਵੀ ਦੂਜੇ ਦੀ ਸਲਾਹ ਲੈ ਲਈਏ ਆਪਣੇ ਕੰਮ ਦੇ ਵਿੱਚ, ਕਿਸੇ ਭੈਣ ਭਰਾ ਨੂੰ ਪੁੱਛ ਲਈਏ, ਕਿਸੇ ਸੱਜਣ ਮਿੱਤਰ ਨੂੰ ਪੁੱਛ ਲਈਏ, ਕਿਸੇ ਬਜ਼ੁਰਗ ਨੂੰ ਪੁੱਛ ਲਈਏ, ਆਹ ਕੰਮ ਕਰਨ ਲੱਗਿਆ। ਤੇ ਪਰਮੇਸ਼ਵਰ ਹੈ ਹੀ ਸਭ ਤੋਂ ਵੱਡਾ, ਉਹ ਕਰਤਾ ਪੁਰਖ ਹੈ, ਬਾਕੀ ਸਾਰੀ ਉਹਦੀ ਕਿਰਤ ਹੈ। ਉਹ ਕਿਰਤ ਨੂੰ ਪੁੱਛ ਕੇ ਨਹੀਂ ਕੁਝ ਕਰਦਾ, ਕਿਰਤ ਉਹਦੀ ਬਣਾਈ ਹੋਈ ਬਣੀ ਹੈ, ਉਹ ਸਾਰਿਆਂ ਨੂੰ ਬਣਾਉਣ ਵਾਲਾ ਹੈ,
ਉਹ ਸਿਰਜਣਹਾਰ ਹੈ, ਬਾਕੀ ਸਾਰੀ ਸ੍ਰਿਸ਼ਟੀ ਉਹਦੀ ਸਿਰਜੀ ਹੋਈ ਹੈ। ਇਸ ਕਰਕੇ ਉਹਨੇ ਜੋ ਕੁਝ ਕਰਨਾ ਹੈ ਉਹ ਕਰ ਦਿੰਦਾ। ਉਹਨੇ ਸ੍ਰਿਸ਼ਟੀ ਪੈਦਾ ਕਰਨੀ ਸੀ, ਉਹਨੇ ਕਰ ਦਿੱਤੀ। ਕਿਸੇ ਨੂੰ ਉਹਨੇ ਪੁੱਛਿਆ ਵੀ ਸ੍ਰਿਸ਼ਟੀ ਪੈਦਾ ਕਰਾਂ ਕਿ ਨਾ ਕਰਾਂ, ਕਿਉਂਕਿ ਉਦੋਂ ਪਹਿਲਾਂ ਤਾਂ ਕੋਈ ਹੈਗਾ ਹੀ ਨਹੀਂ ਸੀ, ਉਹ ਇਕੱਲਾ ਹੀ ਸੀ ਨਾ। ਪਹਿਲ ਪੁਰੀਏ ਪੁੰਡਰਕ ਵਣਾ ਤਾਚੇ ਹੰਸਾ ਸਗਲੇ ਜਨਾ। ਉਹਨੇ ਆਪਣੇ ਆਪ ਤੋਂ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਉਹ ਬੰਦੇ ਨੂੰ ਬਣਾਉਣ ਲੱਗਿਆ ਪੁੱਛਦਾ ਤਾਂ ਨਹੀਂ ਵੀ ਤੂੰ ਬੰਦਾ ਬਣਨਾ ਚਾਹੁੰਦਾ ਕਿ ਨਹੀਂ ਬਣਨਾ ਚਾਹੁੰਦਾ, ਤੈਨੂੰ ਕਿਹੋ ਜਿਹਾ ਬਣਾਵਾਂ, ਤੇਰੀਆਂ 2 ਲੱਤਾਂ ਬਣਾਵਾਂ, 2 ਹੱਥ ਬਣਾਵਾਂ, 2 ਅੱਖਾਂ ਬਣਾਵਾਂ, 2 ਕੰਨ ਬਣਾਵਾਂ, 2 ਨਾਸਕਾਂ ਬਣਾਵਾਂ, ਨਾਸਕਾਂ ਦੇ ਛੇਕ। ਉਹਨੇ ਆਪੇ ਹੀ ਬਣਾਇਆ ਨਾ ਜਿਸ ਤਰ੍ਹਾਂ ਦਾ ਬਣਾਉਣਾ ਸੀ। ਤੇ ਜੇ ਦੋਹਾਂ ਦੀ ਥਾਂ ਤੇ 4 ਵੀ ਲਾ ਦਿੰਦਾ ਤੇ 4 ਚੌਹਾਂ ਨਾਲ ਤੁਰੇ ਫਿਰਨਾ ਸੀ, ਉੱਥੇ ਕੀ ਹੋਣਾ। ਪਸ਼ੂਆਂ ਨੂੰ ਉਹਨੇ 4 ਲਾ ਦਿੱਤੀਆਂ ਤੇ 4 ਲੱਤਾਂ ਨਾਲ ਤੁਰੇ ਫਿਰਦੇ। ਵੀ ਬੰਦੇ ਨੂੰ ਪੁੱਛ ਕੇ ਤੇ ਨਹੀਂ ਉਹਨੇ ਬੰਦਾ ਬਣਾਇਆ, ਇਨਸਾਨ ਨੂੰ ਪੁੱਛ ਕੇ। ਤੇ ਕਿੱਡਾ ਵੱਡਾ ਕਾਰੀਗਰ ਆ, ਵੇਖੋ ਕਿੱਡਾ ਵੱਡਾ ਕਾਰੀਗਰ। ਉਹਨੇ ਸਾਰਾ ਨਕਸ਼ਾ ਆਪ ਹੀ ਤਿਆਰ ਕੀਤਾ ਹੈ ਸਾਰੀ ਸ੍ਰਿਸ਼ਟੀ ਦਾ, ਵੀ ਇਸ ਤਰ੍ਹਾਂ ਦੀ ਮੈਂ ਧਰਤੀ ਬਣਾਉਣੀ, ਇਸ ਤਰ੍ਹਾਂ ਦੇ ਦਰਖਤ ਬਣਾਉਣੇ ਆ, ਇਸ ਤਰ੍ਹਾਂ ਦੇ ਪਹਾੜ ਬਣਾਉਣੇ ਆ, ਇਸ ਤਰ੍ਹਾਂ ਦੇ ਪਾਣੀ ਬਣਾਉਣਾ ਹੈ, ਇਸ ਤਰ੍ਹਾਂ ਦੇ ਨਦੀਆਂ ਦਰਿਆ ਬਣਾਉਣੇ ਆ, ਇਸ ਤਰ੍ਹਾਂ ਦਾ ਸਮੁੰਦਰ ਬਣਾਉਣਾ ਹੈ। ਮਨੁੱਖ ਇਹੋ ਜਿਹਾ ਬਣਾਵਾਂਗਾ, ਪਸ਼ੂ ਇਸ ਤਰ੍ਹਾਂ ਦੇ ਬਣਾਉਣੇ ਆ, ਪੰਛੀ ਇਸ ਤਰ੍ਹਾਂ ਦੇ ਬਣਾਉਣੇ ਆ। 84 ਲੱਖ ਜੂਨਾਂ ਉਹਨੇ ਬਣਾਈਆਂ, ਇੱਕ ਜੂਨ ਨਾਲ ਦੂਜੀ ਨਹੀਂ ਰਲਦੀ। ਵੇਖੋ ਫਿਰ ਇੱਕ ਜੂਨ ਵਿੱਚ ਕਿੰਨੇ ਹੀ ਪੈਦਾ ਕਰ ਦਿੱਤੇ, ਕੋਈ ਗਿਣਤੀ ਮਿੰਤੀ ਨਹੀਂ। ਉਹਦੇ ਹਿਸਾਬ 'ਚ ਤੇ ਗਿਣਤੀ ਸਾਰੀ ਹੈਗੀ ਆ, ਪਰ ਅਸੀਂ ਤੇ ਨਹੀਂ ਨਾ ਗਿਣ ਸਕਦੇ। ਮੋਟਾ ਮੋਟਾ ਅੰਦਾਜ਼ਾ ਜਿਹਾ ਕਈ ਵਾਰੀ ਮਨੁੱਖ ਲਾਉਂਦੇ ਆ, ਕਹਿੰਦੇ ਵੀ ਮਨੁੱਖਾਂ ਦੀ ਇੰਨੀ ਆਬਾਦੀ ਹੋ ਗਈ, ਇੰਨੇ ਮਨੁੱਖ ਪੈਦਾ ਹੋ ਗਏ, ਪਰ ਪੂਰਾ ਪੂਰਾ ਹਿਸਾਬ ਕਿਤਾਬ ਕੱਲੇ ਕੱਲੇ ਦਾ ਤੇ ਉਹ ਆਪ ਹੀ ਰੱਖਦਾ ਹੈ। ਕਿੱਡੀ ਵੱਡੀ ਸਮਝ ਵਾਲਾ, ਕਿੱਡਾ ਵੱਡਾ ਅੰਤਰਜਾਮੀ ਹੈ। ਕੱਲੇ ਕੱਲੇ ਨੂੰ ਪੈਦਾ ਕੀਤਾ ਤੇ ਕੱਲੇ ਕੱਲੇ ਦੇ ਸਾਹ ਜਿਹੜੇ ਆ ਉਹ ਗਿਣ ਕੇ ਪਾਏ ਉਹਨੇ। ਉਹਨੂੰ ਕੋਈ ਵੀ ਭੁਲੇਖਾ ਨਹੀਂ ਲੱਗਦਾ। ਸਾਰੀ ਸ੍ਰਿਸ਼ਟੀ ਭੁੱਲ ਸਕਦੀ ਆ, ਅਸੀਂ ਪੈਰ ਪੈਰ ਤੇ ਭੁੱਲਦੇ ਆ, ਕੋਈ ਚੀਜ਼ ਰੱਖ ਕਰਕੇ ਰੋਜ਼ ਭੁੱਲ ਜਾਂਦੇ ਆ ਵੀ ਕਿੱਥੇ ਰੱਖੀ ਆ, ਪਰ ਉਹਨੇ ਇੱਕ ਇੱਕ ਸਰੀਰ ਦੇ ਵਿੱਚ ਜਿੰਨੇ ਸਵਾਸ ਪਾਏ ਉਹ ਗਿਣ ਕੇ ਪਾਏ ਆ, ਤੇ ਕੋਈ ਭੁੱਲਿਆ ਨਹੀਂ, ਉਹ ਗਿਣ ਕੇ ਪਾਏ ਹੋਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਖਿਆ, ngਣ ਘਾਲੇ ਸਭ ਦਿਵਸ ਸਾਸ ਨਹਿ ਵੱਢਣ ਘਟਣ ਤਿਲ ਸਾਰ। ਜਿੰਨੇ ਉਹਨੇ ਪਾ ਦਿੱਤੇ, ਮਹਾਰਾਜ ਕਹਿੰਦੇ ਨਾ ਤੇ ਤਿਲ ਜਿੰਨੇ ਉਹਦੇ ਨਾਲੋਂ ਵੱਧ ਸਕਦੇ ਤੇ ਨਾ ਤਿਲ ਜਿੰਨਾ ਕੋਈ ਸਾਹ ਘਟ ਸਕਦਾ। ngਣ ਘਾਲੇ ਸਭ ਦਿਵਸ ਸਾਸ ਨਹਿ ਵੱਢਣ ਘਟਣ ਤਿਲ ਸਾਰ। ਜੀਵਨ ਲੋ ਰਹਿ ਭਰਮ ਮੋਹ ਨਾਨਕ ਤੇਊ ਗਵਾਰ। ਏਡਾ ਵੱਡਾ ਉਹ ਪਰਮੇਸ਼ਰ ਹੈ, ਇੱਕ ਖਿਣ ਦੇ ਵਿੱਚ ਹੀ ਸ੍ਰਿਸ਼ਟੀ ਥਾਪ ਦਿੰਦਾ, ਇੱਕ ਖਿਣ ਦੇ ਵਿੱਚ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਉਹ ਕਿਵੇਂ ਇੱਕ ਖਿਣ ਦੇ ਵਿੱਚ ਸ੍ਰਿਸ਼ਟੀ ਪੈਦਾ ਕਰ ਦਿੰਦਾ ਹੈ। ਇੱਕ ਖਿਣ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਨੂੰ ਅੱਖ ਝਮਕਣ ਜਿੰਨੇ ਸਮੇਂ ਵਿੱਚ, ਨੇਤਰ ਫੋਰ ਜਿੰਨੇ ਸਮੇਂ ਵਿੱਚ ਹੀ ਭਰਨ ਪੈਦਾ ਕਰ ਦਿੰਦਾ ਹੈ। ਤੇ ਜਦੋਂ ਉਹਨੇ ਸਮਾਪਤ ਕਰਨੀ ਹੁੰਦੀ ਇੰਨੇ ਸਮੇਂ ਵਿੱਚ ਹੀ ਸਮਾਪਤ ਕਰ ਦਿੰਦਾ। ਇਸ ਮੰਤਰ ਨੂੰ ਮਹਾਰਾਜ ਕਹਿੰਦੇ ਉਹਦੇ ਤੋਂ ਬਿਨਾਂ ਦੂਜਾ ਜਾਣ ਹੀ ਨਹੀਂ ਸਕਦਾ। ਉਹ ਤੇ ਆਪਣੇ ਖਿਆਲ ਮਾਤਰ ਦੇ ਨਾਲ ਹੀ ਸ੍ਰਿਸ਼ਟੀ ਪੈਦਾ ਕਰ ਦਿੰਦਾ, ਇੱਕ ਫੁਰਨੇ ਦੇ ਨਾਲ, ਇੱਕ ਫੁਰਨੇ ਮਾਤਰ ਦੇ ਨਾਲ, ਇੱਕ ਬਚਨ ਨਾਲ ਵੀ ਕਰ ਦਿੰਦਾ ਹੈ। ਇਹ ਵੀ ਬਾਣੀ ਵਿੱਚ ਆਇਆ, ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਕੱਲੇ ਪਾਣੀ ਦੇ ਹੀ ਨਹੀਂ, ਦਰਿਆ ਹੀ ਤੇ ਵਗਦੇ ਪਏ ਸਾਰੇ, ਜਿੱਧਰ ਨੂੰ ਵੇਖੋ ਦਰਿਆ ਹੀ ਦਰਿਆ। ਪਾਣੀ ਦੇ ਤੇ ਦਰਿਆ ਹੈਗੇ ਹੀ ਆ, ਸਤਲੁਜ ਵਗ ਰਿਹਾ ਹੈ, ਬਿਆਸ ਵਗ ਰਿਹਾ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਘੱਗਰ ਹੈ, ਕਿੰਨੇ ਹਨ। ਪਾਣੀ ਦੇ ਦਰਿਆ ਤੇ ਵਗਦੇ ਹੀ ਪਏ ਆ, ਪਰ ਮਨੁੱਖਾਂ ਦੇ ਵੀ ਤਾਂ ਉਹਨੇ ਦਰਿਆ ਹੀ ਵਗਾ ਦਿੱਤੇ, ਪਸ਼ੂਆਂ ਦੇ ਵੀ ਤਾਂ ਉਹਨੇ ਦਰਿਆ ਹੀ ਵਗਾ ਦਿੱਤੇ, ਪੰਛੀਆਂ ਦੇ ਦਰਿਆ ਹੀ ਵਗਾ ਦਿੱਤੇ, ਬਨਸਪਤੀ ਦੇ ਦਰਿਆ ਹੀ ਵਗਾ ਦਿੱਤੇ।
ਧਰਤੀਆਂ ਦੇ ਦਰਿਆ ਹੀ ਵਗਾ ਦਿੱਤੇ। ਧਰਤੀ ਹੋਰ, ਪਰੈ ਹੋਰ ਹੋਰ, ਪਤਾਲਾਂ ਆਕਾਸ਼ਾਂ ਦੇ ਦਰਿਆ ਹੀ ਵਗਾ ਦਿੱਤੇ ਉਹਨੇ। ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ। ਗਰੀਬ ਨਵਾਜ਼ ਸਾਹਿਬ ਕਹਿੰਦੇ ਇੱਕ ਕਵਾਵ ਦੇ ਨਾਲ ਹੀ, ਇੱਕ ਬੋਲ ਦੇ ਨਾਲ ਹੀ ਸਾਰਾ ਕੁਝ ਉਹਨੇ ਪੈਦਾ ਕਰ ਦਿੱਤਾ। ਕੀਤਾ ਪਸਾਓ, ਸਾਰਾ ਪਸਾਰਾ ਪੈਦਾ ਕੀਤਾ। ਇੱਕੋ ਕਵਾਓ, ਇੱਕ ਕਵਾਓ ਦੇ ਨਾਲ, ਇੱਕ ਬੋਲ ਦੇ ਨਾਲ। ਤਿਸ ਤੇ ਹੋਏ, ਇੱਕ ਬੋਲ ਤੋਂ ਹੋ ਗਏ ਲੱਖ ਦਰਿਆਓ, ਲੱਖਾਂ ਜੀਵਾਂ ਜੰਤੂਆਂ ਦੇ ਦਰਿਆ, 84 ਲੱਖ ਜੂਨਾਂ ਦੇ ਦਰਿਆ। ਏਡੀ ਵੱਡੀ ਉਹ ਸਮਰੱਥਾ ਦਾ ਮਾਲਕ ਹੈ। ਇੱਕ ਖਿਣ ਦੇ ਵਿੱਚ ਹੀ ਪੈਦਾ ਕਰ ਦਿੰਦਾ, ਇੱਕ ਖਿਣ ਦੇ ਵਿੱਚ ਹੀ ਪੈਦਾ ਹੋਇਆ ਨੂੰ ਸਾਰੀ ਸ੍ਰਿਸ਼ਟੀ ਨੂੰ ਨਾਸ ਕਰ ਦਿੰਦਾ। ਖਿਣ ਮਹਿ ਥਾਪੇ ਉਥਾਪੇ ਕੁਦਰਤ, ਇਹ ਉਹਦੀ ਕੁਦਰਤ ਹੈ, ਇਹ ਉਹਦੀ ਸ਼ਕਤੀ ਹੈ, ਉਸ ਦੀ ਰਚਨਾ ਹੈ। ਤੇ ਇਸ ਕੁਦਰਤ ਦਾ ਉਹ ਕਾਦਰ ਮਾਲਕ ਹੈ, ਮਾਲਕ ਹੈ ਸਾਰੀ ਰਚਨਾ ਦਾ। ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ, ਪਵਿੱਤਰ ਤੋਂ ਪਵਿੱਤਰ ਹੈ। ਉਹਦਾ ਨਾਮ ਪਵਿੱਤਰ ਹੈ, ਉਹਦੀ ਸੋਭਾ ਪਵਿੱਤਰ ਹੈ। ਤੇ ਸਾਰੀ ਜਿੰਨੀ ਇਹ ਦ੍ਰਿਸ਼ਟੀ ਆ ਰਹੀ ਹੈ ਨਾ, ਸ੍ਰਿਸ਼ਟੀ, ਇਹ ਸਾਰੀ ਉਹਦੀ ਰਚਨਾ ਹੈ, ਕੁਦਰਤੀ ਤਾਂ ਹੈ ਉਸਦੀ। ਜਿਸ ਨੂੰ ਮਹਾਰਾਜ ਕਹਿੰਦੇ ਕੁਦਰਤ ਦਿਸਾ ਹੈ, ਕੁਦਰਤ ਸੁਣੀਆ ਹੈ, ਕੁਦਰਤ ਭਾਉ ਸੁਖਸਾਰ, ਇਹ ਸਾਰਾ ਕੁਝ ਕੁਦਰਤੀ ਹੈ ਉਹਦੀ। ਤੇ ਇਸ ਕੁਦਰਤ ਦੇ ਵਿੱਚ ਉਹਨੇ ਉੱਤਮ ਸ੍ਰਿਸ਼ਟੀ ਵੀ ਪੈਦਾ ਕੀਤੀ ਹੈ, ਮੱਧਮ ਸ੍ਰਿਸ਼ਟੀ ਵੀ ਪੈਦਾ ਕੀਤੀ ਹੈ, ਕਨਿਸ਼ਟ ਸ੍ਰਿਸ਼ਟੀ ਵੀ ਪੈਦਾ ਕੀਤੀ ਹੈ। ਇੱਕ ਜਿਹੜੀ ਸ੍ਰਿਸ਼ਟੀ ਉਹ ਉੱਤਮ ਉਹਨੇ ਪੈਦਾ ਕੀਤੀ, ਸ੍ਰੇਸ਼ਟ। ਇੱਕ ਵਿਚਾਲਾ ਦਰਜਾ ਜਿਹਾ ਪੈਦਾ ਕੀਤੀ ਹੈ, ਵਿਚਾਲੇ ਮੇਲ ਦੀ ਸ੍ਰਿਸ਼ਟੀ। ਇੱਕ ਨੀਵੇਂ ਪੱਧਰ ਦੀ ਸ੍ਰਿਸ਼ਟੀ ਵੀ ਪੈਦਾ ਕੀਤੀ। ਤਾਂ ਕਈ ਤਰ੍ਹਾਂ ਦੀ ਉਹਨੇ ਰਚਨਾ ਜਿਹੜੀ ਉਹ ਰਚੀ ਹੋਈ ਹੈ। ਕਿੱਡਾ ਵੱਡਾ ਪਸਾਰਾ ਪਸਾਰਿਆ ਹੋਇਆ ਹੈ। ਇਸੇ ਨੂੰ ਜਪਜੀ ਸਾਹਿਬ ਚ ਮਹਾਰਾਜ ਨੇ ਆਖਿਆ ਉਹਦੀ ਕੁਦਰਤ ਦਾ ਕੋਈ ਵਿਚਾਰ ਹੀ ਨਹੀਂ ਕੀਤਾ ਜਾ ਸਕਦਾ। ਕਿੱਡੀ ਵੱਡੀ ਹੈ ਕੁਦਰਤ ਕਰਤੇ ਦੀ। ਅਸੰਖ ਜਪ, ਅਸੰਖ ਭਾਵੋ, ਅਸੰਖ ਪੂਜਾ, ਅਸੰਖ ਤਪ ਤਾਓ। ਕੋਈ ਸੰਖਿਆ ਕਰ ਸਕਦਾ ਹੈ? ਕੋਈ ਗਿਣਤੀ ਕਰ ਸਕਦਾ ਕਿੰਨੇ ਕੁ ਜਪ ਕਰ ਰਹੇ ਹਨ, ਕਿੰਨੇ ਕੁ ਭਾਵਨਾ ਰੱਖ ਰਹੇ ਹਨ, ਕਿੰਨੇ ਕੁ ਤਪ ਤਾ ਰਹੇ ਹਨ, ਤਪੱਸਿਆ ਕਰ ਰਹੇ ਹਨ, ਕਿੰਨੇ ਕੁ ਪੂਜਾ ਪਾਠ ਕਰ ਰਹੇ ਆ? ਕੋਈ ਗਿਣਤੀ ਨਹੀਂ ਹੈ। ਅਣਗਿਣਤੀ ਪੂਜਾ ਪਾਠ ਕਰਨ ਵਾਲੇ ਨੇ। ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ, ਮੁਖ ਵੇਦ ਪਾਠ, ਅਸੰਖ ਜੋਗ, ਮਨ ਰਹਿ ਉਦਾਸ, ਅਸੰਖ ਭਗਤ, ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ, ਮੋਹ ਭਖ ਸਾਰ, ਅਸੰਖ ਮੋਨ, ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਏਕ ਵਾਰ, ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਉਹਦੀ ਕੁਦਰਤ ਹੈ, ਉਹਦੀ ਰਚਨਾ ਹੈ। ਮਹਾਰਾਜ ਕਹਿੰਦੇ ਵਿਚਾਰ ਹੀ ਨਹੀਂ ਕੀਤਾ ਜਾ ਸਕਦਾ। ਵੇਖ ਵੇਖ ਕੇ ਵਿਸਮਾਦ ਹੀ ਹੋ ਜਾਈਦਾ, ਵੇਖ ਵੇਖ ਕੇ ਹੈਰਾਨ ਹੋਇਆ ਜਾ ਸਕਦਾ। ਤੇ ਅਗਲੀ ਪੌੜੀ ਵਿੱਚ ਮਹਾਰਾਜ ਨੇ ਦੂਸਰੀ ਫਿਰ ਰਚਨਾ ਦਾ ਵੀ ਦੱਸ ਦਿੱਤਾ। ਅਸੰਖ ਮੂਰਖ, ਅੰਧ ਘੋਰ। ਮਹਾਰਾਜ ਕਹਿੰਦੇ ਮੂਰਖ ਤੇ ਅੰਧ ਮੂਰਖ ਤੇ ਘੋਰ ਮੂਰਖਾਂ ਦੀ ਵੀ ਕੋਈ ਗਿਣਤੀ ਨਹੀਂ, ਕੋਈ ਸੰਖਿਆ ਨਹੀਂ ਹੈ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ। ਇੱਥੇ ਅਣਗਿਣਤੀ ਹਨ ਜਿਹੜੇ ਚੋਰੀਆਂ ਕਰਨ ਵਾਲੇ, ਅਣਗਿਣਤ ਹੀ ਹਨ ਜਿਹੜੇ ਆਪਣੇ ਜ਼ੋਰ ਨਾਲ ਆਪਣਾ ਹੁਕਮ ਚਲਾਉਂਦੇ, ਅਣਗਿਣਤ ਹੀ ਹਨ ਜਿਹੜੇ ਗਲ ਵੱਢ ਕੇ ਪਾਪ ਕਰੀ ਜਾਂਦੇ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹੈ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹਮਾਰੇ ਕਹਿੰਦੇ ਭਾਈ ਖਿਨ ਮਹਿ ਥਾਪਿ ਉਥਾਪੇ ਕੁਦਰਤ,
ਉਹ ਆਪਣੀ ਕੁਦਰਤ ਨੂੰ, ਆਪਣੀ ਰਚਨਾ ਨੂੰ ਇੱਕ ਖਿਣ ਵਿੱਚ ਹੀ ਥਾਪ ਦਿੰਦਾ ਹੈ। ਇੱਕ ਖਿਣ ਵਿੱਚ ਹੀ ਅੱਖ ਝਮਕਣ ਜਿਨ ਵਿੱਚ ਸਮੇਂ ਵਿੱਚ ਹੀ ਥਾਪੀ ਹੋਈ ਨੂੰ ਉਥਾਪ ਦਿੰਦਾ, ਪੁੱਟ ਵੀ ਦਿੰਦਾ। ਇੱਕ ਖਿਣ ਵਿੱਚ ਹੀ ਸ਼ੁਭ ਗੁਣਾਂ ਨੂੰ ਥਾਪ ਦਿੰਦਾ ਹੈ। ਇੱਕ ਖਿਣ ਦੇ ਵਿੱਚ ਹੀ ਔਗਣ ਜਿਹੜੇ ਥਾਪੇ ਹੋਏ ਹਨ ਉਹ ਔਗਣਾਂ ਨੂੰ ਉਥਾਪ ਦਿੰਦਾ, ਪੁੱਟ ਦਿੰਦਾ ਹੈ। ਐਸਾ ਉਹ ਕੁਦਰਤ ਦਾ ਮਾਲਕ ਪਰਮੇਸ਼ਰ ਹੈ। ਸਭ ਕਰਤੇ ਕੀ ਕਾਰਨ। ਇਹ ਸਾਰੇ ਜਿੰਨੇ ਵੀ ਕਾਰਨ ਹਨ ਇਹ ਕਰਤੇ ਪੁਰਖ ਦੇ ਕਾਰਨ ਹਨ। ਉਹਨੇ ਪੰਜ ਤੱਤ ਪੈਦਾ ਕੀਤੇ, ਪੰਜਾਂ ਤੱਤਾਂ ਤੋਂ ਅੱਗੇ ਰਚਨਾ ਸਾਰੀ ਪੈਦਾ ਕੀਤੀ। ਇਹ ਸ੍ਰਿਸ਼ਟੀ ਦੀ ਉਤਪਤੀ ਦੇ ਕਾਰਨ ਬਣੇ ਪੰਜ ਤੱਤ, ਇਹ ਸਾਰੇ ਉਹ ਕਰਤੇ ਦੇ ਹੀ ਪੈਦਾ ਕੀਤੇ ਹੋਏ ਕਾਰਨ ਹਨ। ਚਾਹੇ ਉਹਨੇ ਪੰਜਾਂ ਤੱਤਾਂ ਦੇ ਰਾਹੀਂ ਪੈਦਾ ਕੀਤੀ ਹੈ, ਚਾਹੇ ਮਾਇਆ ਨੂੰ ਪੈਦਾ ਕੀਤਾ, ਤਿੰਨ ਗੁਣ ਪੈਦਾ ਕੀਤੇ, ਰਜ ਗੁਣ, ਤਮ ਗੁਣ, ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਇਹ ਜਿੰਨੇ ਵੀ ਕਾਰਨ ਉਹਨੇ ਪੈਦਾ ਕੀਤੇ ਸਾਰੇ ਕਰਤੇ ਦੇ ਹੀ ਪੈਦਾ ਕੀਤੇ ਹੋਏ। ਤੇ ਕੈਸਾ ਉਹ ਅਸਚਰਜ ਹੈ, ਕੈਸੀ ਉਹਦੀ ਕੁਦਰਤ ਅਸਚਰਜ ਹੈ। ਉਹਦੀ ਤਾਂ ਰਚਨਾ ਦੇ ਬਾਰੇ ਵੇਖ ਵੇਖ ਕਰਕੇ ਹੈਰਾਨ ਹੋ ਜਾਈਦਾ, ਬੁੱਧੀ ਚੱਕਰਿਤ ਹੋ ਜਾਂਦੀ। ਭਾਈ ਸਾਹਿਬ ਪਦਮ ਭੂਸ਼ਣ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਆਖਿਆ, ਕਹਿੰਦੇ ਕਿ ਪ੍ਰਭੂ ਦੀ ਵਿਚਾਰ ਕਰਦਿਆਂ ਕਰਦਿਆਂ ਜਿਹੜੀ ਬੁੱਧੀ ਹੈ ਨਾ, ਇਹ ਉਡਾਰੀ ਮਾਰਦਿਆਂ ਮਾਰਦਿਆਂ ਇਹਦੇ ਤਾਂ ਖੰਭ ਹੀ ਝੜ ਜਾਂਦੇ, ਬੁੱਧੀ ਦੇ ਖੰਭ ਹੀ ਝੜ ਜਾਂਦੇ ਪਰਮੇਸ਼ਰ ਦੇ ਸੰਬੰਧ ਵਿੱਚ ਵਿਚਾਰ ਕਰਕੇ, ਵੀ ਉੱਥੋਂ ਤੀਕ ਅੱਪੜ ਹੀ ਨਹੀਂ ਸਕਦੀ ਹੈ, ਥੱਲੇ ਹੀ ਝੜ ਜਾਂਦੀ ਹੈ। ਹੁਣ ਜਿਵੇਂ ਪੰਛੀ ਆ, ਉਹ ਜਿੰਨਾ ਮਰਜ਼ੀ ਉਡਾਰੀ ਮਾਰੀ ਜਾਵੇ, ਉਡਾਰੀ ਮਾਰੀ ਜਾਵੇ, ਹੁਣ ਆਕਾਸ਼ ਦੇ ਅਖੀਰ ਤੀਕ ਤੇ ਨਹੀਂ ਨਾ ਪਹੁੰਚ ਸਕਦਾ, ਆਕਾਸ਼ ਦਾ ਅੰਤ ਤੇ ਨਹੀਂ ਪੰਛੀ ਲੈ ਸਕਦਾ। ਆਖਰਕਾਰ ਥੱਕ ਕੇ, ਟੁੱਟ ਕੇ, ਹੰਭ ਕੇ, ਸਾਹ ਚੜ ਜਾਣਾ, ਥੱਲੇ ਹੀ ਉਤਰਨਾ ਪੈਣਾ ਵੀ ਜਿੰਨਾ ਮਰਜ਼ੀ ਮੈਂ ਉੱਚਾ ਉੱਡ ਜਾਵਾਂ ਪਰ ਆਕਾਸ਼ ਦਾ ਅੰਤ ਨਹੀਂ ਹੈ। ਮੱਛੀ ਜਿੰਨੀਆਂ ਮਰਜ਼ੀ ਤਾਰੀਆਂ ਲਾ ਲਵੇ ਡੂੰਘੀਆਂ, ਸਮੁੰਦਰ ਦਾ ਅੰਤ ਨਹੀਂ ਲੈ ਸਕਦੀ। ਤਾਂ ਉਹ ਪਰਮੇਸ਼ਰ ਬੇਅੰਤੀ ਬੇਅੰਤ ਹੈ। ਧੁਰ ਕੀ ਸਾਰੀ ਬਾਣੀ ਚ ਉਹਨੂੰ ਬੇਅੰਤੀ ਆਖਿਆ। ਉਹਨੇ ਪੰਜ ਤੱਤ ਪੈਦਾ ਕੀਤੇ, ਪੰਜਾਂ ਤੱਤਾਂ ਤੋਂ ਰਚਨਾ ਰਚੀ। ਕਿਵੇਂ ਪੈਦਾ ਕੀਤੇ ਪੰਜ ਤੱਤ, ਕਿਵੇਂ ਉਹਨੇ ਵਿਚਾਰਿਆ ਪੰਜਾਂ ਤੱਤਾਂ ਦੇ ਬਾਰੇ। ਪਾਣੀ ਬਣਾਇਆ ਹੈ, ਅੱਗ ਬਣਾਈ ਹੈ, ਮਿੱਟੀ ਬਣਾਈ ਹੈ ਔਰ ਹਵਾ ਬਣਾਈ ਹੈ, ਆਕਾਸ਼। ਇਹਨਾਂ ਪੰਜਾਂ ਤੱਤਾਂ ਤੋਂ ਰਚਨਾ ਰਚੀ ਹੈ। ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। तो ऐसा आश्चर्य स्वरूप परमेश्वर है। सब करते के कारण, सारे वो करते पुरख परमेश्वर के कारण हैं। उन्हें पंज तत्त पैदा किए, पंजा तत्तां तो अगे सारी सृष्टि पैदा की, रचना रची। ये पैदाइश दे उन्हें कारण बनाए। वो वाहिगुरु परमेश्वर ऐसा करता है, करन कारण प्रभ एक है, दूसरा ना ही कोई। सारे कारणां नूं करन वाला वो आप ही है, ਉਹਦੇ ਤੋਂ ਬਿਨਾਂ ਦੂਜਾ ਨਹੀਂ ਹੈ ਕੋਈ। ਨਾਨਕ ਤਿਸ ਬਲਿਹਾਰਨਾ, ਜਲ ਥਲ ਮਹੀਲ ਸੋਏ। ਉਹਦੇ ਤੋਂ ਬਲਿਹਾਰ ਜਾਇਆ ਜਾ ਸਕਦਾ, ਸਦਕੇ ਜਾਇਆ ਜਾ ਸਕਦਾ ਹੈ। ਉਹ ਸਾਰੇ ਕਾਰਨਾਂ ਨੂੰ ਕਰਨ ਵਾਲਾ ਆਪ ਹੀ ਹੈ, ਕਰਤਾ ਪੁਰਖ ਪਰਮੇਸ਼ਰ। ਕਾਮ ਕ੍ਰੋਧ ਲੋਭ ਝੂਠ ਨਿੰਦਾ। ਫਿਰ ਮਹਾਰਾਜ ਕਹਿੰਦੇ ਜੋ ਇਹ ਵਿਕਾਰ ਕਾਮ ਹੈ, ਕ੍ਰੋਧ ਗੁੱਸਾ ਹੈ, ਲੋਭ ਲਾਲਚ ਹੈ, ਝੂਠ ਬੋਲਣਾ ਹੈ, ਨਿੰਦਿਆ ਕਰਨੀ ਹੈ, ਇਹ ਜੋ ਵਿਕਾਰ ਹਨ। ਸਾਧੂ ਸੰਗ ਵਿਦਾਰਨ, ਇਹ ਪ੍ਰਭੂ ਦੇ ਪਿਆਰੇ ਸਾਧੂ ਜਨਾਂ ਨਾਲ ਮਿਲ ਕਰਕੇ ਇਹਨਾਂ ਦਾ ਵਿਦਾਰਨਾ ਹੁੰਦਾ ਹੈ। ਇਹ ਨਾਸ ਤਾਂ ਹੁੰਦੇ ਹਨ ਜੇ ਗੁਰੂ ਕੇ ਪਿਆਰੇ ਸਾਧੂ ਜਨਾਂ ਨਾਲ ਮਿਲ ਕਰਕੇ ਸਿਮਰਨ ਕਰੀਏ, ਸ਼ੁਭ ਗੁਣਾਂ ਨੂੰ ਧਾਰਨ ਕਰੀਏ, ਗੁਰੂ ਕੀ ਦੱਸੀ ਹੋਈ ਰਹਿਣੀ ਵਿੱਚ ਰਹੀਏ, ਉਪਦੇਸ਼ ਨੂੰ ਧਾਰਨ ਕਰੀਏ, ਤਾਂ ਇਹ ਜਿਹੜੇ ਵਿਕਾਰ ਹਨ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਹ ਫਿਰ ਨਾਸ ਹੋਣਗੇ, ਖਤਮ ਹੋਣਗੇ। ਕਾਮ ਕ੍ਰੋਧ ਕਾਇਆ ਕਉ ਗਾਲੈ, ਜਿਉ ਕੰਚਨ ਸੁਹਾਗਾ ਢਾਲੈ।
ਮਹਾਰਾਜ ਕਹਿੰਦੇ ਜਿਵੇਂ ਸੁਹਾਗਾ ਸੋਨੇ ਨੂੰ ਢਾਲ ਦਿੰਦਾ, ਪਾਣੀ ਬਣਾ ਦਿੰਦਾ ਹੈ, ਇਸੇ ਤਰ੍ਹਾਂ ਕਾਮ ਤੇ ਕ੍ਰੋਧ ਇਹ ਸਰੀਰ ਨੂੰ ਗਾਲ ਦਿੰਦੇ ਆ। ਕਾਮ ਦਾ ਫੁਰਨਾ ਤੇ ਕ੍ਰੋਧ, ਫਿਰ ਅੱਗੇ ਲੋਭ ਆਖਿਆ, ਪਦਾਰਥਾਂ ਨੂੰ ਜੋੜਨ ਦਾ ਜੋ ਅੰਦਰ ਲਾਲਚ ਬਣਿਆ ਰਹਿੰਦਾ ਹੈ, ਉਹ ਲੋਭ ਤੇ ਝੂਠ ਬੋਲਣਾ। ਤੇ ਮਹਾਰਾਜ ਸਾਹਿਬ ਜੀ ਨੇ ਝੂਠ ਦੇ ਸੰਬੰਧ ਵਿੱਚ ਆਖਿਆ ਹੈ, ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਝੂਠ ਬੋਲਣਾ ਇਹ ਮੁਰਦਾ ਖਾਣ ਦੇ ਤੁੱਲ ਹੈ, ਮੁਰਦਾਰ ਖਾਣ ਦੇ ਤੁੱਲ। ਕਿ ਜਿਸ ਨੇ ਝੂਠ ਬੋਲਿਆ ਉਹਨੇ ਸਾਰੇ ਪਾਪ ਹੀ ਜਾਣੂ ਕਰ ਲਏ। ਤਾਂ ਝੂਠ ਤੇ ਨਿੰਦਿਆ ਕਰਨੀ। ਨਿੰਦਿਆ ਕਹਿੰਦੇ ਹਨ ਘਟਾ ਕੇ ਕਹਿਣਾ, ਹੋਣੇ ਕਿਸੇ ਵਿੱਚ ਗੁਣ ਤੇ ਕਹਿਣੇ ਔਗਣ, ਔਗਣ ਕਥਨ ਕਰਨੇ। ਇਸ ਕਰਕੇ ਜੋ ਗੁਣਾਂ ਨੂੰ ਘਟਾ ਕਰਕੇ ਕਹਿਣਾ ਹੈ ਉਹ ਨਿੰਦਿਆ ਹੈ। ਤੇ ਜੇ ਕਿਸੇ ਵਿੱਚ ਹੋਣੇ ਔਗਣ ਤੇ ਦੱਸਣੇ ਗੁਣ, ਉਹਨੂੰ ਖੁਸ਼ਾਮਦ ਆਖਿਆ, ਉਹਨੂੰ ਫੋਕੀ ਉਸਤਤੀ ਆਖਿਆ। ਇਹਨਾਂ ਦੋਨਾਂ ਦਾ ਮਹਾਰਾਜ ਨੇ ਤਿਆਗ ਕਰਵਾਇਆ। ਉਸਤਤ ਨਿੰਦਾ ਦੋਉ ਤਿਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਣਾ। ਤੇ ਨਿੰਦਿਆ ਦੇ ਸੰਬੰਧ ਵਿੱਚ ਅੰਮ੍ਰਿਤ ਬਾਣੀ 'ਚ ਹੋਰ ਵੀ ਬੇਅੰਤ ਬਚਨ ਗੁਰੂ ਜੀ ਨੇ ਕਹੇ। ਜਿਵੇਂ ਜਪਜੀ ਸਾਹਿਬ ਜੀ ਮਹਾਰਾਜ ਸਾਹਿਬ ਜੀ ਨੇ ਬਚਨ ਕਹਿਣਾ, ਅਸੰਖ ਨਿੰਦਕ ਸਿਰ ਕਰਹਿ ਭਾਰ। ਅਸੰਖੀ ਐਸੇ ਜੀਵ ਆ ਜਿਹੜੇ ਨਿੰਦਿਆ ਕਰ ਕਰਕੇ ਆਪਣੇ ਸਿਰ ਦੇ ਉੱਤੇ ਭਾਰ ਚੜਾਈ ਜਾਂਦੇ। ਨਿੰਦਿਆ ਤਾਂ ਗਰੀਬ ਨਵਾਜ ਨੇ ਆਖਿਆ ਕਿਸੇ ਸਧਾਰਨ ਵਿਅਕਤੀ ਦੀ ਵੀ ਕੀਤੀ ਬਹੁਤ ਵੱਡਾ ਪਾਪ ਹੈ, ਸਧਾਰਨ ਵਿਅਕਤੀ। ਤੇ ਕੁਝ ਵਿਸ਼ੇਸ਼ ਵਿਅਕਤੀ ਵੀ ਹੁੰਦੇ ਆ ਵਾਹਿਗੁਰੂ ਦੀ ਰਚਨਾ ਦੇ ਵਿੱਚ। ਜਿਵੇਂ ਜਪਜੀ ਸਾਹਿਬ ਦੇ ਵਿੱਚ ਹੀ ਮਹਾਰਾਜ ਸਾਹਿਬ ਜੀ ਨੇ ਇੱਕ ਪੌੜੀ ਚ ਆਖਿਆ, ਅਸੰਖ ਜਪ ਅਸੰਖ ਭਾਵੋ। ਉਹ ਵਿਸ਼ੇਸ਼ ਵਿਅਕਤੀਆਂ ਦੀ ਗੱਲ ਕੀਤੀ ਉਹਦੇ ਵਿੱਚ। ਦੂਜੀ ਪੌੜੀ ਚ ਜੋ ਨੀਵੀਂ ਰਚਨਾ ਹੈ ਉਹਦਾ ਜ਼ਿਕਰ ਕੀਤਾ। ਕੁਝ ਵਿਸ਼ੇਸ਼ ਵਿਅਕਤੀ ਵੀ ਹੁੰਦੇ ਆ ਸੰਸਾਰ ਦੇ ਵਿੱਚ, ਉਹਨਾਂ ਨੂੰ ਗੁਰਬਾਣੀ ਦੇ ਵਿੱਚ ਗੁਰਮੁਖ ਆਖਿਆ, ਉਹਨਾਂ ਨੂੰ ਗੁਰਸਿੱਖ ਆਖਿਆ ਹੈ, ਉਹਨਾਂ ਨੂੰ ਮਹਾਂਪੁਰਖ ਵੀ ਆਖਿਆ ਹੈ। ਸਤਿਗੁਰ ਸੇਵਾ ਹੈ ਸੇ ਮਹਾਂਪੁਰਖ ਸੰਸਾਰੇ। ਸ੍ਰੀ ਰਾਗ 'ਚ ਪੰਕਤੀ ਆਉਂਦੀ ਹੈ, ਮਹਾਰਾਜ ਕਹਿੰਦੇ ਜਿਹੜੇ ਸਤਿਗੁਰਾਂ ਦੀ ਸੇਵਾ ਕਰਦੇ ਆ, ਭਗਤੀ ਕਰਦੇ, ਉਹ ਸੰਸਾਰ ਵਿੱਚ ਮਹਾਂਪੁਰਖ ਹਨ। ਸਤਿਗੁਰ ਸੇਵਾ ਹੈ ਸੇ ਮਹਾਂਪੁਰਖ ਸੰਸਾਰੇ। ਉਹਨਾਂ ਵਿਸ਼ੇਸ਼ ਵਿਅਕਤੀਆਂ ਨੂੰ ਗੁਰਮੁਖ, ਗੁਰਸਿੱਖ, ਮਹਾਂਪੁਰਖ, ਭਾਈ, ਸਾਧੂ, ਸੰਤ, ਬ੍ਰਹਮ ਗਿਆਨੀ, ਐਸੇ ਸ਼ੁਭ ਪਵਿੱਤਰ ਅੱਖਰਾਂ ਦੇ ਨਾਲ ਉਹਨਾਂ ਨੂੰ ਵਡਿਆਈ ਦਿੱਤੀ ਹੈ। ਜਿਵੇਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਜਿਨ੍ਹਾਂ ਨੂੰ ਸਾਸ ਗਿਰਾਸ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ, ਨਹੀਂ ਭੁੱਲਦਾ ਹੈ। ਧੰਨ ਸੇਈ ਨਾਨਕਾ ਆਖਿਆ ਉਹ ਧੰਨ ਵਾ। ਪੂਰਨ ਸੋਈ ਸੰਤ, ਉਹ ਸੰਤ ਹਨ, ਪੂਰੇ ਪ੍ਰਭੂ ਦੇ ਪਿਆਰੇ ਸੰਤ ਹਨ। ਇਸੇ ਤਰ੍ਹਾਂ ਹੀ ਇਹੀ ਅੱਖਰ ਗੁਰਸਿੱਖ ਵਾਸਤੇ ਵੀ ਵਰਤਿਆ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਹੜਾ ਸਾਸ ਗਿਰਾਸ ਸਿਮਰਦਾ ਉਹ ਗੁਰੂ ਕਾ ਸਿੱਖ ਹੈ ਤੇ ਗੁਰੂ ਸਾਹਿਬ ਦੇ ਮਨ ਨੂੰ ਉਹ ਭਾਉਂਦਾ ਹੈ। ਇਸ ਕਰਕੇ ਆਮ ਨਾਲੋਂ ਫਿਰ ਉਹ ਖਾਸ ਹੋ ਗਏ ਨਾ, ਉਹ ਵਿਸ਼ੇਸ਼ ਹੋ ਗਏ ਨਾ। ਉਹਨਾਂ ਬਾਰੇ ਹੀ ਆਖਿਆ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਜੋ ਆਪ ਜਪੈ ਅਵਰਹਿ ਨਾਮ ਜਪਾਵੇ ਵਾਲੀ ਅਵਸਥਾ ਵਾਲੇ ਜਿਹੜੇ, ਉਹਨੂੰ ਗੁਰਸਿੱਖ ਆਖਿਆ ਹੈ, ਉਹਦੀ ਚਰਨ ਧੂੜੀ ਵੀ ਮੰਗੀ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਜਦੋਂ ਨਿੰਦਾ ਦਾ ਜ਼ਿਕਰ ਕੀਤਾ ਅੰਮ੍ਰਿਤ ਬਾਣੀ ਵਿੱਚ, ਕਹਿੰਦੇ ਭਾਈ ਨਿੰਦਾ ਭਲੀ ਕਿਸਾ ਕੀ ਨਾਹੀ। ਕਿਸੇ ਜੀਵ ਦੀ ਵੀ ਨਿੰਦਿਆ ਕਰਨੀ ਭਲੀ ਨਹੀਂ ਹੈ, ਚੰਗੀ ਨਹੀਂ ਹੈ, ਵੱਡਾ ਪਾਪ ਹੈ। ਤੇ ਜਿਹੜਾ ਨਿੰਦਿਆ ਕਰਦਾ ਹੈ ਤੇ ਮਹਾਰਾਜ ਕਹਿੰਦੇ ਉਹ ਮਨਮੁਖ ਹੈ, ਮੂਰਖ ਹੈ।
ਨਿੰਦਾ ਭਲੀ ਕਿਸੈ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੋਹ ਕਾਲੇ ਤਿਨ ਨਿੰਦਕਾ, ਨਰਕੇ ਘੋਰ ਪਵਨ। ਮੂੰਹ ਕਾਲੇ ਹੁੰਦੇ ਨਿੰਦਿਆ ਕਰਨ ਕਰਕੇ, ਤੇ ਭਿਆਨਕ ਨਰਕ ਵਿੱਚ ਪੈਣਾ ਪੈਂਦਾ। ਇਹ ਤਾਂ ਆਖਿਆ ਵੀ ਕਿਸੇ ਦੀ ਵੀ ਜਿਹੜੀ ਨਿੰਦਿਆ ਕਰਨੀ, ਸਧਾਰਨ ਵਿਅਕਤੀ ਦੀ, ਤੇ ਫਿਰ ਜੇ ਕੋਈ ਗੁਰਸਿੱਖ ਦੀ ਨਿੰਦਿਆ ਕਰੇ, ਜੇ ਕੋਈ ਗੁਰਮੁਖ ਦੀ ਨਿੰਦਿਆ ਕਰੇ, ਜੇ ਕੋਈ ਮਹਾਪੁਰਖ ਦੀ ਨਿੰਦਿਆ ਕਰੇ, ਜੇ ਕੋਈ ਗੁਰੂ ਕੇ ਧਾਮ ਦੀ ਨਿੰਦਿਆ ਕਰੇ, ਗੁਰੂ ਕੇ ਅਸਥਾਨ ਦੀ ਨਿੰਦਿਆ ਕਰੇ, ਗੁਰੂ ਕੇ ਸਰੋਵਰ ਸਾਹਿਬਾਂ ਦੀ ਨਿੰਦਿਆ ਕਰੇ, ਗੁਰੂ ਕੇ ਨਿਸ਼ਾਨ ਸਾਹਿਬ ਦੀ ਨਿੰਦਿਆ ਕਰੇ, ਗੁਰੂ ਕੀ ਬਾਣੀ ਦੀ ਨਿੰਦਿਆ ਕਰੇ, ਗੁਰੂ ਕੇ ਇਤਿਹਾਸ ਦੀ ਨਿੰਦਿਆ ਕਰੇ, ਤੇ ਇਹ ਤੇ ਵਿਸ਼ੇਸ਼ ਵੱਡਾ ਪਾਪ ਹੋ ਗਿਆ ਨਾ। ਵਿਸ਼ੇਸ਼ ਇਹਦਾ ਜ਼ਿਕਰ ਵੀ ਗੁਰਬਾਣੀ ਚ ਮਹਾਰਾਜ ਨੇ ਕੀਤਾ ਹੈ। ਭਗਤ ਰਵਿਦਾਸ ਸਾਹਿਬ ਜੀ ਦਾ ਸ਼ਬਦ ਆਉਂਦਾ, ਉਹ ਕਹਿੰਦੇ ਸਾਧ ਕਾ ਨਿੰਦਕ ਕੈਸੇ ਤਰੈ। ਸਾਧ ਦੇ ਲੱਛਣ ਵੀ ਗੁਰਬਾਣੀ ਵਿੱਚ ਦੱਸੇ ਆ। ਆਖਿਆ ਹਰ ਕੋਈ ਸਾਧ ਵੀ ਨਹੀਂ ਹੁੰਦਾ ਹੈ। ਸਾਧੂ ਵੀ ਮਹਾਰਾਜ ਸਾਹਿਬ ਜੀ ਨੇ ਦੱਸਿਆ ਵੀ ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ। ਦੋਵੇਂ ਪੱਖ ਗੁਰਬਾਣੀ ਵਿੱਚ ਹਨ। ਪਖੰਡ ਦਾ ਖੰਡਨ ਵੀ ਹੈ, ਪਰ ਜਿਹੜਾ ਜੁੜਿਆ ਹੋਇਆ ਹੈ, ਪ੍ਰਭੂ ਦੀ ਬੰਦਗੀ ਕਰਨ ਵਾਲਾ ਹੈ, ਤਨ ਮਨ ਨੂੰ ਸਾਧਿਆ ਹੋਇਆ ਹੈ, ਜਿਹੜਾ ਕੋਈ ਐਸੇ ਸਾਧੂ ਦੀ ਨਿੰਦਿਆ ਕਰਦਾ ਹੈ, ਗੁਰਮੁਖ ਦੀ ਗੁਰਸਿੱਖ ਦੀ ਨਿੰਦਿਆ ਕਰਦਾ ਹੈ, ਤਾਂ ਉੱਥੇ ਭਗਤ ਰਵਿਦਾਸ ਸਾਹਿਬ ਜੀ ਨੇ ਆਖਿਆ ਸਾਧ ਕਾ ਨਿੰਦਕ ਕੈਸੇ ਤਰੈ, ਸਰਪਰ ਜਾਨਹੁ ਨਰਕ ਹੀ ਪਰੈ। ਸਰਪਰ ਦਾ ਅਰਥ ਹੈ ਜ਼ਰੂਰ ਜਾਣੋ ਵੀ ਸਾਧੂ ਦੀ ਨਿੰਦਿਆ ਕਰਨ ਵਾਲਾ ਨਰਕਾਂ ਤੋਂ ਉਰੇ ਉਹਨੂੰ ਥਾਂ ਕੋਈ ਨਹੀਂ, ਉਹ ਨਰਕਾਂ ਦੇ ਵਿੱਚ ਹੀ ਪਵੇਗਾ। 13ਵੀਂ ਅਸ਼ਟਪਦੀ ਦੇ ਵਿੱਚ ਤੇ ਬਹੁਤਾ ਹੀ ਜ਼ਿਆਦਾ ਮਹਾਰਾਜ ਨੇ ਖੁਲਾਸਾ ਕੀਤਾ ਸੁਖਮਨੀ ਸਾਹਿਬ ਦੇ ਵਿੱਚ। 13ਵੀਂ ਅਸ਼ਟਪਦੀ ਵਿੱਚ ਜਿੱਥੇ ਮਹਾਰਾਜ ਕਹਿੰਦੇ ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਇੱਥੇ ਫਰਮਾ ਰਹੇ ਹਨ ਵੀ ਇਹ ਜਿਹੜੀ ਨਿੰਦਿਆ ਆਦਿਕ ਔਗਣ ਹਨ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਝੂਠ ਹੈ, ਨਿੰਦਿਆ ਹੈ, ਸਾਧੂ ਸੰਗ ਬਿਦਾਰਨਾ, ਇਹ ਜਦੋਂ ਜੀਵ ਸਾਧ ਸੰਗਤ ਵਿੱਚ ਮਿਲਦਾ ਹੈ ਤੇ ਫਿਰ ਇਹਦੇ ਹਿਰਦੇ ਵਿੱਚੋਂ ਇਹ ਔਗਣ ਨਾਸ ਹੁੰਦੇ ਆ। ਜਦੋਂ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕਰਕੇ ਨਾਮ ਜਪਦਾ ਹੈ, ਫਿਰ ਇਹ ਵਿਕਾਰ ਤੇ ਔਗਣ, ਨਿੰਦਿਆ, ਝੂਠ, ਲਾਲਚ ਤੇ ਗੁੱਸਾ ਤੇ ਕਾਮ ਆਦਿਕ ਜਿਹੜਾ ਹੈ ਇਹ ਦੂਰ ਹੁੰਦਾ ਹੈ। ਨਾਮ ਜਪਤ ਮਨ ਨਿਰਮਲ ਹੋਵੇ। ਪ੍ਰਭੂ ਜੀ ਦਾ ਨਾਮ ਜਪਦਿਆਂ ਮਨ ਨਿਰਮਲ ਹੁੰਦਾ। ਨਾਮ ਜਪਣ ਤੋਂ ਬਿਨਾਂ ਮਨ ਪਵਿੱਤਰ ਨਹੀਂ ਹੁੰਦਾ, ਮਨ ਸੁੱਧ ਨਹੀਂ ਹੁੰਦਾ, ਕਿਉਂਕਿ ਮਨ ਤੀਕ ਨਾ ਤੇ ਪਾਣੀ ਪਹੁੰਚੇ। ਪਾਣੀ ਤਨ ਨੂੰ ਸਾਫ਼ ਕਰਦਾ ਹੈ, ਮਨ ਤੀਕ ਨਹੀਂ ਪਹੁੰਚਦਾ। ਔਰ ਮਨ ਤੀਕ ਨਾ ਕੋਈ ਦੁਨੀਆ ਦਾ ਸਾਬਣ ਪਹੁੰਚੇ, ਉਹ ਵੀ ਤਨ ਉੱਤੇ ਮਲ ਕਰਕੇ ਤਨ ਦੀ ਖੇਹ ਲਾ ਸਕਦੇ ਆ। ਜਪਜੀ ਸਾਹਿਬ 'ਚ ਜਾਹਰ ਪੀਰ ਜਗਤ ਗੁਰ ਬਾਬਾ ਸਤਿਗੁਰੂ ਜੀ ਨੇ ਫਰਮਾਇਆ ਹੈ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੋਖੇ। ਜਿਹੜੀ ਤਨ ਨੂੰ ਲੱਗੀ ਹੋਈ ਖੇਹ ਹੈ, ਪਾਣੀ ਨਾਲ ਧੋ ਕੇ ਲਾ ਸਕਦੇ। ਕੱਪੜਿਆਂ ਦੇ ਉੱਤੇ ਪਿਸ਼ਾਬ ਆਦਿਕ ਹੋ ਕੇ ਕੱਪੜਾ ਪਲੀਤ ਹੋ ਗਿਆ ਹੈ, ਮੈਲਾ ਹੋ ਗਿਆ ਹੈ, ਤੇ ਪਾਣੀ ਦੇ ਨਾਲ ਨਾਲ ਸਾਬਣ ਲਾ ਲਿਆ ਜਾ ਸਕਦਾ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਇਹ ਤੋਂ ਅੱਗੇ ਗੱਲ ਕੀਤੀ ਹੈ ਮੱਤ ਦੀ, ਮਨ ਦੀ। ਭਰੀਐ ਮੱਤ ਪਾਪਾਂ ਕੈ ਸੰਗ, ਪਾਪਾਂ ਦੀ ਮੈਲ ਸਾਡੇ ਅੰਦਰ ਨੂੰ ਲੱਗੀ ਹੈ, ਮਨ ਨੂੰ ਲੱਗੀ ਹੈ, ਮੱਤ ਨੂੰ ਲੱਗੀ ਹੈ, ਬੁੱਧੀ ਨੂੰ ਲੱਗੀ ਹੋਈ ਹੈ। ਉਹ ਕਿਵੇਂ ਧੋਤੀ ਜਾਵੇਗੀ? ਭਰੀਐ ਮੱਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਰੰਗ ਨਾਮ ਹੈ ਪ੍ਰੇਮ ਦਾ। ਜਦੋਂ ਨਾਮ ਨਾਲ ਪ੍ਰੇਮ ਕਰਾਂਗੇ, ਨਾਮ ਨਾਲ ਪ੍ਰੇਮ ਕਰਕੇ ਵਾਰ-ਵਾਰ ਨਾਮ ਜਪਾਂਗੇ, ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਧਰਪੀਐ, ਤਾਂ ਫਿਰ ਮਨ ਨਿਰਮਲ ਹੋਵੇਗਾ। ਨਾਮ ਜਪਤ ਮਨ ਨਿਰਮਲ ਹੋਵੇ, ਮਨ ਉਜਲ ਹੋ ਜਾਵੇਗਾ, ਮਨ ਦੀ ਮੈਲ ਜਨਮਾਂ ਜਨਮਾਂਤਰਾਂ ਦੀ ਲੱਥ ਜਾਵੇਗੀ। ਸੁਖੇ ਸੁਖ ਉਦਾਰਨਾ, ਫਿਰ ਸੁਖ ਸਰੂਪ ਦੀ ਪ੍ਰਾਪਤੀ ਹੋਵੇਗੀ। ਫਿਰ ਸੁਖ ਹੀ ਸੁਖ ਦੇ ਵਿੱਚ
ਜ਼ਿੰਦਗੀ ਦਾ ਸਮਾਂ ਗੁਜ਼ਾਰਨਾ ਗੁਜ਼ਰੇਗਾ, ਬਤੀਤ ਹੋਵੇਗਾ। ਭਗਤ ਸਰਣ ਜੋ ਆਵੈ ਪ੍ਰਾਣੀ। ਗਰੀਬ ਨਵਾਜ ਪੰਚਮ ਪਾਤਸ਼ਾਹ ਕਹਿੰਦੇ ਜਿਹੜਾ ਪ੍ਰਾਣੀ ਭਗਤ ਦੀ ਸ਼ਰਨ ਵਿੱਚ ਆ ਜਾਂਦਾ, ਗੁਰੂ ਕੀ ਬਾਣੀ ਦੇ ਵਿੱਚ ਪਰਮੇਸ਼ਵਰ ਵਾਹਿਗੁਰੂ ਦੀ ਸ਼ਰਨ ਵਿੱਚ ਆਉਣ ਵਾਸਤੇ ਵੀ ਉਪਦੇਸ਼ ਕੀਤਾ ਹੈ, ਗੁਰੂ ਜੀ ਦੀ ਸ਼ਰਨ ਵਿੱਚ ਆਉਣ ਵਾਸਤੇ ਵੀ ਉਪਦੇਸ਼ ਕੀਤਾ ਹੈ। ਪਰਮੇਸ਼ਰ ਦਾ ਹੀ ਸਰਗੁਣ ਜਾਮਾ ਸਤਿਗੁਰੂ ਹਨ, ਤੇ ਗੁਰੂ ਕੇ ਸਿੱਖਾਂ ਦੇ, ਭਗਤਾਂ ਦੀ, ਸੰਤਾਂ ਦੀ ਸ਼ਰਨ ਵਿੱਚ ਆਉਣ ਦਾ ਵੀ ਉਪਦੇਸ਼ ਦਿੱਤਾ। ਪਰਮੇਸ਼ਰ ਦੀ ਸ਼ਰਨ ਵੀ, ਪ੍ਰਭੂ ਦੀ ਸ਼ਰਨ। ਮਹਾਰਾਜ ਨਾਵੇਂ ਪਾਤਸ਼ਾਹ ਕਹਿੰਦੇ ਨਾ ਸੋਰਠ ਦੇ ਵਿੱਚ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਣਕਾ ਸੀ ਉਦਰੀ ਤਾਕੋ ਜਾਸਿ ਔਰ ਧਾਰੋ। ਇੱਥੇ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਆਖਿਆ, ਪ੍ਰਭੂ ਦੀ ਸ਼ਰਨ ਦੀ ਵਿਚਾਰ ਕਰ, ਪਰਮੇਸ਼ਵਰ ਦੀ ਸ਼ਰਨ ਵਿੱਚ ਆ। ਵੇਖ ਜਿਹੜੇ ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆਏ ਉਹਨਾਂ ਦੀ ਕਲਿਆਣ ਹੋ ਗਈ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਣਕਾ ਸੀ ਉਦਰੀ ਤਾਕੋ ਜਾਸਿ ਔਰ ਧਾਰੋ। ਪਰ ਗਣਕਾ ਪਰਮੇਸ਼ਰ ਦੀ ਸ਼ਰਨ ਵਿੱਚ ਆਈ, ਪਹਿਲਾਂ ਸਾਧੂ ਦਾ ਸੰਗ ਹੋਇਆ, ਫਿਰ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕੀਤੀ ਹੈ। ਸਾਧੂ ਨੇ ਨਾਮ ਜਪਣ ਵਾਲਾ ਤੋਤਾ ਆਪਣੇ ਪਾਸ ਰੱਖਿਆ ਹੋਇਆ ਸੀ, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ 'ਚ ਦੱਸਿਆ ਵੀ ਅਚਾਨਕ ਜਦੋਂ ਮਹਾਂਪੁਰਖ ਉੱਥੇ ਆ ਗਿਆ ਨਾ ਗਣਕਾ ਦੇ ਘਰ ਦੇ ਪਾਸ, ਮਹਾਂਪੁਰਖ ਅਚਾਨਕ ਗਣਕਾ ਵਾੜੇ ਆਏ ਖਲੋਤਾ। ਉਹਦੀ ਖੋਟੀ ਮੱਤ ਵੇਖ ਕਰਕੇ ਉਹਦੇ ਤੇ ਦਇਆ ਆਈ, ਤੇ ਉਹ ਜਿਹੜਾ ਤੋਤਾ ਰਾਮ ਰਾਮ ਜਪਣਾ ਸਿਖਾਇਆ ਸੀ ਉਹਨੂੰ ਦੇ ਦਿੱਤਾ, ਤੇ ਉਹ ਰਾਮ ਰਾਮ ਜਪਾਉਂਦੀ ਗਈ। ਬੈਕੁੰਠ ਬੈ ਬਾਣ ਚੜ, ਨਰਕਾਂ ਵਿੱਚ ਨਾ ਖਾਧੋ ਸੁਗੋਤਾ। ਕਲਿਆਣ ਹੋ ਗਈ, ਪਰਮੇਸ਼ਰ ਦੀ ਸ਼ਰਨ ਪ੍ਰਾਪਤ ਹੋ ਗਈ। ਪਰ ਵਿਚਾਲੇ ਕੋਈ ਗੁਰਮੁਖ ਮਿਲਿਆ, ਕੋਈ ਮਹਾਂਪੁਰਖ ਮਿਲਿਆ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਣਕਾ ਸੀ ਉਦਰੀ ਤਾਕੋ ਜਾਸਿ ਔਰ ਧਾਰੋ। ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਧਰੂ ਨੇ ਭਗਤੀ ਕੀਤੀ, ਪਰਮੇਸ਼ਰ ਦੀ ਸ਼ਰਨ ਲਈ, ਪ੍ਰਭੂ ਦੇ ਪ੍ਰਤੱਖ ਦਰਸ਼ਨ ਪਾਏ, ਦੁਨੀਆ ਦਾ ਰਾਜ ਭਾਗ ਕੀਤਾ, ਅਟਲ ਪਦਵੀ ਪ੍ਰਾਪਤ ਕੀਤੀ। ਪਰ ਧਰੂ ਨੂੰ ਵੀ ਉਪਦੇਸ਼ ਨਾਰਦ ਮੁਨੀ ਨੇ ਦਿੱਤਾ। ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਡੁੱਡੋ ਲਿਕਾ ਮਾਂ ਪੁੱਛੈ, ਤੂੰ ਸਾਵਾਣੀ ਹੈ ਕਿ ਸੁਰੀਤਾ। ਸਾਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਕਿਸੇ ਉਤਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਪਰਮੇਸ਼ਰ ਆਰਾਧੀਐ, ਜਿੱਦੂ ਹੋਈਐ ਪਤਤ ਪੁਨੀਤਾ। ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਨਾਰਦ ਮੁਨ ਉਪਦੇਸ਼ਿਆ, ਨਾਰਦ ਮੁਨ ਉਪਦੇਸਿਆ। ਨਾਮ ਨਿਧਾਨ ਅਮਿਓ ਰਸ ਪੀਤਾ, ਪਿਛੋ ਰਾਜੇ ਸੱਦਿਆ, ਵਿਚਲ ਰਾਜ ਕਰਹੁ ਨਿਤ ਨੀਤਾ। ਹਾਰ ਚੱਲੇ ਗੁਰਮੁਖ ਜਗ ਜੀਤਾ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਣਕਾ ਸੀ ਉਦਰੀ ਤਾਕੋ ਜਾਸਿ ਔਰ ਧਾਰੋ। ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਦੁਖ ਹਰਤਾ ਇਹ ਬਿਦ ਕੋ ਸੁਆਮੀ, ਤੈ ਕਾਹੇ ਬਿਸਰਾਇਆ। ਜਬ ਹੀ ਸਰਨ ਗਹੀ ਕਿਰਪਾ ਨਿਧ ਗਜ, ਗ੍ਰਾਹ ਤੇ ਛੂਟਾ। ਮਹਿਮਾ ਨਾਮ ਕਹਾ ਲੋ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਭੀ ਉਤਰਹਿ ਪਾਰਾ। ਜਿੱਥੇ ਪ੍ਰਭੂ ਦੀ ਸ਼ਰਨ ਲੈਣ ਦੀ ਗੱਲ ਕੀਤੀ ਹੈ, ਤੇ ਉੱਥੇ ਪਰਮੇਸ਼ਰ ਦਾ ਹੀ ਪ੍ਰਤੱਖ ਸਰਗੁਣ ਸਰੂਪ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਣ ਦਾ ਵੀ ਉਪਦੇਸ਼ ਦਿੱਤਾ ਹੈ ਕਿ ਗੁਰੂ ਕੀ ਸ਼ਰਨ ਵਿੱਚ ਆ ਕੇ ਬੇਨਤੀ ਕਰ, ਸਤਿਗੁਰ ਆਇਓ ਸਰਨ ਤੁਹਾਰੀ। ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਲੇਖਾ ਛੋੜਿਆ ਲੇਖੈ ਛੂਟਹਿ, ਹਮ ਨਿਰਗੁਣ ਲਿਹੋ ਉਬਾਰੀ। ਜਿੱਥੇ ਗੁਰੂ ਕੀ ਸ਼ਰਨ ਦਾ ਜ਼ਿਕਰ ਹੈ, ਤੇ ਉੱਥੇ ਮਹਾਰਾਜ ਸਾਹਿਬ ਜੀ ਇੱਥੇ ਫਰਮਾ ਰਹੇ, ਭਗਤ ਸਰਨ ਜੋ ਆਵੇ ਪ੍ਰਾਣੀ। ਜਿਹੜਾ ਪ੍ਰਾਣੀ ਭਗਤੀ ਕਰਨ ਵਾਲੇ ਭਗਤ ਦੀ ਸ਼ਰਨ ਵਿੱਚ ਵੀ ਆ ਜਾਂਦਾ। ਜਿਹੜੇ ਭਗਤ ਕਬੀਰ ਸਾਹਿਬ ਜੀ ਦੀ ਸ਼ਰਨ ਵਿੱਚ ਆਏ, ਉਹਨਾਂ ਦੀ ਵੀ ਕਲਿਆਣ ਹੋਈ। ਜਿਹੜੇ ਭਗਤ ਨਾਮਦੇਵ ਸਾਹਿਬ ਜੀ ਦੀ ਸ਼ਰਨ ਵਿੱਚ ਆਏ, ਉਹਨਾਂ ਦੀ ਵੀ ਕਲਿਆਣ ਹੋਈ। ਜਿਹੜੇ ਭਗਤ ਧੰਨਾ ਜੀ ਦੀ ਸੰਗਤ ਕਰਦੇ ਰਹੇ, ਉਹ ਵੀ ਨਾਮ ਨਾਲ ਜੁੜੇ। ਜਿਨ੍ਹਾਂ ਨੇ ਭਗਤ ਰਵਿਦਾਸ ਸਾਹਿਬ ਜੀ ਤੋਂ ਉਪਦੇਸ਼ ਲਿਆ, ਉਹਨਾਂ ਨੂੰ ਵੀ ਕਲਿਆਣ ਪ੍ਰਾਪਤ ਹੋਏ। ਇਸ ਕਰਕੇ ਗੁਰਬਾਣੀ ਵਿੱਚ
ਗੁਰਸਿੱਖਾਂ ਦੀ ਭਗਤਾਂ ਦੀ ਸ਼ਰਨ ਦਾ ਵੀ ਜ਼ਿਕਰ ਆਉਂਦਾ ਹੈ। ਮਹਾਰਾਜ ਨੇ ਆਖਿਆ ਨਾ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਸ਼ਰਨ ਵਿੱਚ ਆਉਣ ਦੀ ਗੱਲ ਹੀ ਹੈ। ਜਿੱਥੇ ਮਹਾਰਾਜ ਕਹਿੰਦੇ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨਹਾਰ, ਉੱਥੇ ਵੀ ਉਦਰਨਹਾਰ ਆਖਿਆ। ਇੱਥੇ ਮਹਾਰਾਜ ਫਰਮਾ ਰਹੇ, ਜਿਹੜਾ ਭਗਤੀ ਕਰਨ ਵਾਲੇ ਦੀ ਸ਼ਰਨ ਵਿੱਚ ਆ ਜਾਂਦਾ ਹੈ ਪ੍ਰਾਣਾ ਧਾਰੀ ਜੀਵ, ਤਿਸ ਈਹਾ ਊਹਾ ਨਾ ਹਾਰਨਾ। ਤਿਸ ਨੇ ਫਿਰ ਨਾ ਇੱਥੇ ਐਸ ਲੋਕ ਵਿੱਚ ਹਾਰਨਾ ਹੈ ਵਿਕਾਰਾਂ ਦੇ ਵਿੱਚ, ਤੇ ਨਾ ਉਹਾਂ ਜਮਦੂਤਾਂ ਕੋਲੋਂ ਹੀ ਹਾਰਨਾ ਹੈ। ਨਾ ਉਹਨੂੰ ਵਿਕਾਰ ਹੀ ਹਰਾਉਂਦੇ ਆ, ਤੇ ਨਾ ਜਮਦੂਤ ਹੀ ਪ੍ਰਲੋਕ ਵਿੱਚ ਹਰਾਉਂਦੇ ਆ। ਨਾ ਉਹ ਇਹਾਂ ਐਸ ਲੋਕ ਵਿੱਚ ਹਾਰੇਗਾ, ਨਾ ਉਹਾਂ ਪ੍ਰਲੋਕ ਵਿੱਚ ਹਾਰੇਗਾ, ਜਿਹੜਾ ਭਗਤੀ ਕਰਨ ਵਾਲੇ ਦੀ ਸ਼ਰਨ ਵਿੱਚ ਆ ਜਾਂਦਾ। ਕਿਉਂਕਿ ਸਤਿਗੁਰੂ ਭਗਤੀ ਕਰਨ ਵਾਲਿਆਂ ਤੋਂ ਸਦਕੇ ਜਾਂਦੇ, ਕੁਰਬਾਨ ਜਾਂਦੇ। ਧੰਨ ਗੁਰੂ ਨਾਨਕ ਸਾਹਿਬ ਆਪ ਆਪਣੀ ਰਸਨਾ ਤੋਂ ਫਰਮਾਉਂਦੇ ਆ, ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨੇ ਜਾਓ। ਮਹਾਰਾਜ ਕਹਿੰਦੇ ਪ੍ਰਭੂ ਜਿਹੜਾ ਤੇਰੇ ਨਾਮ ਲੈਂਦੇ ਆ, ਮੈਂ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਂਦਾ, ਸਦਾ ਹੀ ਸਦਕੇ ਜਾਂਦਾ। ਭਗਤੀ ਕਰਨ ਵਾਲੇ ਦੀ ਸ਼ਰਨ ਵਿੱਚ ਆਉਣ ਵਾਲਾ ਪ੍ਰਾਣੀ ਨਾ ਲੋਕ ਵਿੱਚ ਹਾਰੇਗਾ, ਨਾ ਪ੍ਰਲੋਕ ਵਿੱਚ ਹਾਰੇਗਾ, ਸਦਾ ਹੀ ਆਪਣੇ ਜੀਵਨ ਦੀ ਬਾਜੀ ਜਿੱਤ ਕੇ ਜਾਵੇਗਾ। ਸੁਖ ਦੁਖ ਇਸ ਮਨ ਕੀ ਬਿਰਥਾ, ਇਹ ਮਨ ਦੀ ਬਿਰਥਾ ਹੈ, ਮਨ ਦੀ ਹਾਲਤ ਹੈ ਕਿ ਸੁਖ ਪ੍ਰਾਪਤ ਹੋਵੇ ਤੇ ਦੁੱਖ ਦੀ ਨਿਵਰਤੀ ਹੋਵੇ। ਜੋ ਸੁਖ ਦੀ ਪ੍ਰਾਪਤੀ ਦੀ ਇੱਛਾ ਹੈ, ਦੁੱਖ ਦੀ ਨਿਵਰਤੀ ਦੀ ਕਾਮਨਾ ਹੈ, ਇਹ ਮਨ ਦੀ ਐਸੀ ਜੋ ਬਿਰਥਾ ਹੈ, ਹਾਲਤ ਹੈ, ਮਨ ਦੀ ਜੋ ਬਿਰਥਾ ਪੀੜਾ ਹੈ। ਤੁਮ ਹੀ ਆਗੈ ਸਾਰਨਾ। ਇਹ ਪ੍ਰਭੂ ਜੀ, ਇਹ ਆਪ ਜੀ ਦੇ ਅੱਗੇ ਹੀ ਇਹ ਬੇਨਤੀ ਕਰਨੀ ਹੈ, ਸਾਰਨਾ ਇਹ ਆਪ ਜੀ ਦੇ ਅੱਗੇ ਹੀ ਕਹਿਣਾ ਹੈ। ਤੇ ਤੁਸੀਂ ਹੀ ਮਹਾਰਾਜ ਸਾਹਿਬ ਜੀ ਇਹ ਕਾਰਜ ਸਾਰਾ ਸਾਰਨਾ ਹੈ, ਕਾਰਜ ਪੂਰਾ ਕਰਨਾ ਹੈ। ਸੁਖ ਦੀ ਪ੍ਰਾਪਤੀ ਬਖਸ਼ਣੀ ਹੈ, ਦੁੱਖ ਦੀ ਨਿਵਰਤੀ ਆਪ ਜੀ ਨੇ ਹੀ ਕਰਨੀ ਹੈ। ਤੂੰ ਦਾਤਾ ਸਭਨਾ ਜੀਆਂ ਕਾ। ਇਹ ਪ੍ਰਭੂ ਜੀ, ਸਾਰਿਆਂ ਜੀਵਾਂ ਜੰਤੂਆਂ ਦਾ ਤੂੰ ਹੀ ਦਾਤਾ ਹੈ, ਤੂੰ ਹੀ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਆਪਨ ਕੀਆ ਪਾਲਨਾ। ਆਪ ਜੀ ਨੇ ਹੀ ਇਹ ਸਾਰੇ ਸੰਸਾਰ ਨੂੰ ਕੀਆ ਪੈਦਾ ਕੀਤਾ ਹੈ, ਤੇ ਫਿਰ ਆਪਣੇ ਪੈਦਾ ਕੀਤੇ ਨੂੰ ਆਪ ਹੀ ਪਾਲ ਰਹੇ ਹੋ। ਅਨਕ ਬਾਰ ਕੋਟ ਜਨ ਉਪਰ। ਆਪ ਜੀ ਦੇ ਜੋ ਜਨ ਹਨ ਉਹਨਾਂ ਦੇ ਉੱਪਰੋਂ ਅਨੇਕਾਂ ਵਾਰੀ, ਕੋਟ ਕਰੋੜਾਂ ਵਾਰੀ ਨਾਨਕ ਵੰਨੈ ਵਾਰਨਾ। ਵੰਨੈ ਨਾਮ ਹੈ ਜਾਣਦਾ, ਵਾਰਨਾ ਨਾਮ ਹੈ ਕੁਰਬਾਨ ਹੋਣ ਦਾ। हे ਪ੍ਰਭੂ, ਆਪ ਜੀ ਦੇ ਜਨਾਂ ਤੋਂ, ਆਪ ਜੀ ਦੇ ਦਾਸਾਂ ਤੋਂ ਮੈਂ ਅਨੇਕਾਂ ਵਾਰੀ, ਕਰੋੜਾਂ ਵਾਰੀ ਵਾਰਨਾ ਸਦਕੇ ਜਾਨਾ ਹਾਂ, ਵਾਰਨਾ ਫੇਰਨਾ ਕੁਰਬਾਨ ਜਾਂਦਾ ਹਾਂ। ਅਨਕ ਵਾਰ, ਅਨੇਕਾਂ ਵਾਰੀ, ਅਨਕ ਬਾਰ, ਅਨੇਕਾਂ ਵਾਰੀ, ਕੋਟ ਕਰੋੜਾਂ ਵਾਰੀ ਆਪ ਜੀ ਦੇ ਜਨਾਂ ਸੇਵਕਾਂ ਦੇ ਉੱਪਰੋਂ ਨਾਨਕ ਵੰਝੈ ਵਾਰਨਾ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਤੇ ਅਨਕ ਬਾਰ, ਜੋ ਅਨੇਕਾਂ ਬਾਰ ਵਾਰ ਹਨ, ਵਾਲ ਜੋ ਰੋਮ ਰੋਮ ਹਨ, ਜੋ ਆਪ ਜੀ ਦੇ ਪਿਆਰੇ ਗੁਰਮੁਖ ਰੋਮ ਰੋਮ ਹਰ ਧਿਆਵੈ, ਰੋਮ ਰੋਮ ਕਰਕੇ ਆਪ ਜੀ ਨੂੰ ਧਿਆਉਂਦੇ ਹਨ। ਤੇ ਕੋਟ, ਸਤ ਸੰਗਤ ਰੂਪੀ ਕੋਟ ਕਿਲੇ ਵਿੱਚ ਰਹਿੰਦੇ ਹਨ, ਵਕਾਰਾਂ ਤੋਂ ਰਹਿਤ ਰਹਿੰਦੇ ਹਨ। ਉਹਨਾਂ ਆਪ ਜੀ ਦੇ ਜਨਾਂ ਤੋਂ ਉੱਪਰੋਂ ਮੈਂ ਅਨੇਕਾਂ ਵਾਰੀ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਬਾਰ ਨੇ ਬਲਿਹਾਰ ਨੇ ਲੱਖ ਬਰੀਆ, ਲੱਖਾਂ ਵਾਰੀ, ਕਰੋੜਾਂ ਵਾਰੀ ਸਦਕੇ ਜਾਂਦਾ ਹਾਂ ਆਪ ਜੀ ਦੇ ਪਿਆਰਿਆਂ ਤੋਂ, ਜੋ ਆਪ ਜੀ ਦਾ ਸਿਮਰਨ ਭਜਨ ਕਰਨ ਵਾਲੇ ਹਨ। ਤੋ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਨੇ ਪਾਵਨ ਅਸ਼ਟਪਦੀ ਦੁਆਰਾ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਗੁਰੂ ਸਾਹਿਬ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਤੂੰ ਦਾਤਾ ਸਭਨਾ ਜੀਆਂ ਕਾ, ਆਪਨ ਕੀਆ ਪਾਲਨਾ। ਅਨਕ ਬਾਰ ਕੋਟ ਜਨ ਉਪਰ, ਨਾਨਕ ਵੰਝੈ ਵਾਰਨਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।